वाहिगुरु जी का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਲੇਖਕ ਅਜਮੇਰ ਸਿੰਘ, ਪੰਨਾ ਨੰਬਰ 232। ਡਾਕੇ ਮਾਰਨ ਦੀ ਤਜਵੀਜ਼ ਉੱਤੇ ਰੇੜਕਾ। ਗਦਰੀ ਆਗੂਆਂ ਨੇ ਪਹਿਲਾਂ ਇਹ ਸੋਚਿਆ ਸੀ ਕਿ ਛਾਉਣੀਆਂ ਅੰਦਰ ਗਦਰ ਦੇ ਹਮਾਇਤੀ ਸਿਪਾਹੀ ਖੁਦ ਬਗਾਵਤ ਦੀ ਪਹਿਲ ਕਰਨਗੇ ਅਤੇ ਗਦਰੀ ਸੰਗਰਾਮੀਏ ਉਹਨਾਂ ਦੀ ਬਾਹਰੋਂ ਮਦਦ ਕਰਕੇ ਲਾਹੌਰ ਅਤੇ ਫਿਰੋਜ਼ਪੁਰ ਦੀਆਂ ਛਾਉਣੀਆਂ ਵਿੱਚੋਂ ਵੱਡੇ ਪੈਮਾਨੇ 'ਤੇ ਹਥਿਆਰ ਲੁੱਟ ਲੈਣਗੇ। ਅੱਗੋਂ ਇਹਨਾਂ ਹਥਿਆਰਾਂ ਨੂੰ ਆਮ ਲੋਕਾਂ ਵਿੱਚ ਵੰਡ ਦੇਣ ਦੀ ਪਲਾਨ ਬਣਾਈ ਗਈ ਸੀ। ਇਸ ਤਰੀਕੇ ਨਾਲ ਪੰਜਾਬ ਅੰਦਰ ਆਮ ਬਗਾਵਤ ਦੀ ਹਾਲਤ ਪੈਦਾ ਕਰਕੇ ਅੰਗਰੇਜ਼ ਸਰਕਾਰ ਉੱਤੇ ਭਰਵਾਂ ਹੱਲਾ ਬੋਲਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਸਨ। ਪਰ ਜਦ ਇਸ ਸੋਚ ਨੂੰ ਅਮਲੀ ਜਾਮਾ ਪਹਿਨਾਉਣ ਦੇ ਯਤਨ ਕੀਤੇ ਗਏ ਤਾਂ ਦੋਵਾਂ ਹੀ ਛਾਉਣੀਆਂ ਦੇ ਸਿਪਾਹੀਆਂ ਨੇ ਗਦਰੀ ਆਗੂਆਂ ਨੂੰ ਕਿਹਾ ਕਿ ਛਾਉਣੀਆਂ ਉੱਤੇ ਹਮਲਾ ਕਰਨ ਦੀ ਪਹਿਲ ਗਦਰੀ ਪਾਰਟੀ ਦੇ ਬੰਦਿਆਂ ਵੱਲੋਂ ਹੋਣੀ ਚਾਹੀਦੀ ਹੈ, ਉਹ ਅੰਦਰੋਂ ਉਹਨਾਂ ਦਾ ਸਾਥ ਦੇਣਗੇ। ਇਸ ਨਾਲ ਗਦਰੀ ਆਗੂਆਂ ਮੂਹਰੇ ਗੰਭੀਰ ਸਮੱਸਿਆ ਪੈਦਾ ਹੋ ਗਈ ਸੀ, ਕਿਉਂਕਿ ਹਮਲੇ ਦੀ ਪਹਿਲ ਕਰਨ ਲਈ ਜਿੰਨੇ ਹਥਿਆਰ ਚਾਹੀਦੇ ਸਨ ਉਹਨਾਂ ਕੋਲ ਉਨੇ ਨਹੀਂ ਸਨ। ਬਾਹਰੋਂ ਹਥਿਆਰ ਲਿਆਉਣ ਦੇ ਯਤਨ ਨਾਕਾਮ ਹੋ ਜਾਣ ਉਪਰੰਤ ਉਹਨਾਂ ਨੇ ਦੇਸ਼ ਅੰਦਰੋਂ ਹਥਿਆਰ ਹਾਸਲ ਕਰਨ ਦੇ ਪੁਰਜ਼ੋਰ ਯਤਨ ਕੀਤੇ, ਪਰ ਸਿੱਟੇ ਬਹੁਤੇ ਉਤਸ਼ਾਹਜਨਕ ਨਾ ਨਿਕਲੇ। ਭਾਈ ਕਰਤਾਰ ਸਿੰਘ ਸਰਾਭਾ ਇਸ ਉਦੇਸ਼ ਨਾਲ ਬੰਗਾਲ ਗਿਆ ਸੀ, ਪਰ ਉਸ ਨੂੰ ਖਾਲੀ ਹੱਥ ਮੁੜਨਾ ਪੈ ਗਿਆ ਸੀ। ਪੰਡਿਤ ਜਗਤ ਰਾਮ ਨੂੰ ਇਸ ਮੰਤਵ ਲਈ ਪੇਸ਼ਾਵਰ ਭੇਜਿਆ ਗਿਆ, ਪਰ ਉਹ ਉੱਥੇ ਹੀ ਗ੍ਰਿਫਤਾਰ ਹੋ ਗਿਆ ਸੀ। ਰੇਲ ਦੇ ਸਟੇਸ਼ਨਾਂ ਅਤੇ ਪੁਲਾਂ ਆਦਿ ਉੱਤੇ ਤੈਨਾਤ ਗਾਰਦਾਂ ਤੋਂ ਹਥਿਆਰ ਖੋਹਣ ਲਈ ਵੀ ਜਿੰਨੇ ਹਥਿਆਰ ਚਾਹੀਦੇ ਸਨ ਉਹ ਉਹਨਾਂ ਪਾਸ ਨਹੀਂ ਸਨ। ਗਦਰੀਆਂ ਵੱਲੋਂ ਆਪ ਬੰਬ ਬਣਾਉਣ ਦੇ ਯਤਨ ਵੀ ਬਹੁਤੇ ਕਾਮਯਾਬ ਨਾ ਹੋਏ। ਕਰਤਾਰ ਸਿੰਘ ਸਰਾਭਾ ਨੇ ਲੁਧਿਆਣਾ ਸ਼ਹਿਰ ਦੇ ਨੇੜੇ ਝਾਬੇਵਾਲ ਪਿੰਡ ਵਿੱਚ ਬੰਬ ਬਣਾਉਣ ਦਾ ਜੁਗਾੜ ਕਾਇਮ ਕੀਤਾ, ਪਰ ਕੁਝ ਕਾਰਨਾਂ ਕਰਕੇ ਇਸ ਨੂੰ ਛੇਤੀ ਹੀ ਲੋਹਟਬੱਦੀ ਤਬਦੀਲ ਕਰਨਾ ਪੈ ਗਿਆ ਸੀ। ਗਦਰੀ ਆਗੂਆਂ ਨੇ ਅਮਲੀ ਤਜਰਬੇ 'ਚੋਂ ਇਹ ਅਨੁਭਵ ਕਰ ਲਿਆ ਸੀ ਕਿ ਪੈਸੇ ਤੋਂ ਬਿਨਾਂ ਹਥਿਆਰ ਹਾਸਿਲ ਕਰ ਸਕਣੇ ਨਾਮੁਮਕਿਨ ਹਨ। ਲਹਿਰ ਦੇ ਛੋਟੇ-ਮੋਟੇ ਖਰਚੇ ਤਾਂ ਦਾਨ ਵਜੋਂ ਦਿੱਤੇ ਜਾਣ ਵਾਲੇ ਫੰਡਾਂ ਨਾਲ ਪੂਰੇ ਹੋ ਜਾਂਦੇ ਸਨ, ਪਰ ਹਥਿਆਰ ਆਦਿ ਖਰੀਦਣ ਲਈ ਵੱਡੀ ਰਕਮ ਦੀ ਲੋੜ ਸੀ। ਇਸ ਲੋੜ ਦੀ ਪੂਰਤੀ ਲਈ ਸਰਕਾਰੀ ਖਜ਼ਾਨੇ ਲੁੱਟਣ ਦਾ ਫੈਸਲਾ ਕੀਤਾ ਗਿਆ ਸੀ, ਪਰ ਇਸ ਵਿੱਚ ਬਹੁਤੀ ਕਾਮਯਾਬੀ ਨਹੀਂ ਮਿਲੀ ਸੀ। ਅਜਿਹੀ ਹਾਲਤ ਵਿੱਚ ਕੁਝ ਗਦਰੀ ਵਰਕਰਾਂ ਦੇ ਮਨਾਂ ਅੰਦਰ ਡਾਕੇ ਮਾਰਨ ਦਾ ਵਿਚਾਰ ਪੈਦਾ ਹੋਇਆ। ਪਹਿਲਾਂ ਪਾਰਟੀ ਨੇ ਸਿਰਫ ਸਰਕਾਰੀ ਖਜ਼ਾਨੇ ਲੁੱਟਣ ਦਾ ਫੈਸਲਾ ਕੀਤਾ ਸੀ, ਪਰ ਹੁਣ ਬਦਲਵੀਂ ਹਾਲਤ ਵਿੱਚ ਕੁਝ ਕੁ ਆਗੂਆਂ ਅਤੇ ਵਰਕਰਾਂ ਨੇ ਪਿੰਡਾਂ ਅੰਦਰ ਸ਼ਾਹੂਕਾਰਾਂ ਨੂੰ ਲੁੱਟਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ ਸੀ। ਭਾਈ ਕਰਤਾਰ ਸਿੰਘ ਸਰਾਭਾ ਨੇ ਇਹ ਤਜਵੀਜ਼ 17 ਨਵੰਬਰ ਨੂੰ ਲਾਡੂਵਾਲ ਦੇ ਸਟੇਸ਼ਨ ਉੱਤੇ ਹੋਈ ਮੀਟਿੰਗ ਵਿੱਚ ਵਿਚਾਰਨ ਲਈ ਪੇਸ਼ ਕੀਤੀ, ਪਰ ਭਾਈ ਨਿਧਾਨ ਸਿੰਘ ਚੁੱਘਾ ਨੇ ਇਹ ਤਜਵੀਜ਼ ਦ੍ਰਿੜਤਾ ਨਾਲ ਰੱਦ ਕਰ ਦਿੱਤੀ ਸੀ। ਉਹਨਾਂ ਦੀ ਦਲੀਲ ਇਹ ਸੀ ਕਿ ਸਮਾਜ ਦੇ ਕਿਸੇ ਮੈਂਬਰ ਨੂੰ ਲੁੱਟਣਾ, ਭਾਵੇਂ ਉਹ ਸ਼ਾਹੂਕਾਰ ਜਾਂ ਸੁਦਖੋਰ ਹੀ ਕਿਉਂ ਨਾ ਹੋਵੇ, ਉਹਨਾਂ ਦੀਆਂ ਸਮਾਜੀ ਅਤੇ ਸੱਭਿਆਚਾਰਕ ਕਦਰਾਂ ਕੀਮਤਾਂ ਅਤੇ ਲਹਿਰ ਦੇ ਆਦਰਸ਼ਾਂ ਨਾਲ ਮੇਲ ਨਹੀਂ ਖਾਂਦਾ ਸੀ। ਉਹਨਾਂ ਕਿਹਾ ਕਿ ਇਸ ਨਾਲ ਲੋਕਾਂ ਅੰਦਰ ਸਾਡਾ ਅਕਸ ਖਰਾਬ ਹੋ ਜਾਵੇਗਾ, ਅਸੀਂ ਖਾਮ-ਖਾਹ ਖੁਨਾਮੀ ਖੱਟ ਲਵਾਂਗੇ। ਇਸ ਨਾਲ ਅੰਗਰੇਜ਼ ਸਰਕਾਰ ਲਈ ਸਾਨੂੰ ਬਦਨਾਮ ਕਰਨਾ ਸੁਖਾਲਾ ਹੋ ਜਾਵੇਗਾ। ਬਾਅਦ ਵਿੱਚ ਜਾ ਕੇ ਬਾਬਾ ਨਿਧਾਨ ਸਿੰਘ ਨੇ ਕਿਤੇ ਭਾਈ ਨਾਹਰ ਸਿੰਘ ਨਾਲ ਇਸ ਮੀਟਿੰਗ ਬਾਰੇ ਗੱਲਬਾਤ ਕੀਤੀ ਹੋਵੇਗੀ, ਜਿਸ ਦੇ ਆਧਾਰ 'ਤੇ ਭਾਈ ਨਾਹਰ ਸਿੰਘ ਨੇ ਇਹ ਲਿਖਿਆ ਹੈ ਕਿ 23 ਨਵੰਬਰ 1914 ਨੂੰ ਬੱਦੋਵਾਲ ਵਿਖੇ ਗਦਰੀ ਮੋਹਰੀਆਂ ਦੀ ਇੱਕ ਮੀਟਿੰਗ ਹੋਈ ਸੀ, ਜਿਸ ਵਿੱਚ ਡਾਕੇ ਮਾਰਨ ਦੀ ਤਜਵੀਜ਼ ਪੇਸ਼ ਹੋਈ। ਭਾਈ ਨਿਧਾਨ ਸਿੰਘ ਚੁੱਘਾ ਨੇ ਕਿਹਾ ਸੀ ਕਿ ਡਾਕੇ ਮਾਰਨ ਦੀ ਤਜਵੀਜ਼ ਠੀਕ ਨਹੀਂ, ਰੁਪਇਆ ਤੁਹਾਨੂੰ ਮੈਂ ਲਿਆ ਕੇ ਦੇਵਾਂਗਾ। ਭਾਈ ਨਿਧਾਨ ਸਿੰਘ ਨੂੰ ਸਰਦਾਰ ਨਾਨਕ ਸਿੰਘ ਰਈਸ ਭਦੌੜਾ ਨੇ ਭਰੋਸਾ ਦਿੱਤਾ ਸੀ ਕਿ ਰੁਪਏ ਦੀ ਸਹਾਇਤਾ ਮੈਂ ਕਰਾਂਗਾ, ਪਰ ਭਾਈ ਨਿਧਾਨ ਸਿੰਘ ਦੀ ਇਸ ਗੱਲ ਪਰ ਅਮਲ ਨਾ ਹੋ ਸਕਿਆ, ਕਿਉਂਕਿ ਕਈ ਜੋਸ਼ੀਲੇ ਸੱਜਣਾਂ ਨੇ ਭਾਈ ਸਾਹਿਬ ਦੀ ਗੱਲ ਨੂੰ ਆਵਾਗੌਣ ਹੀ ਮੰਨਿਆ। ਭਾਈ ਪ੍ਰਿਥਵੀ ਸਿੰਘ ਲਾਲੜੂ, ਜਿਹੜੇ ਉਸ ਮੀਟਿੰਗ ਵਿੱਚ ਹਾਜ਼ਰ ਸਨ, ਨੇ ਬਾਅਦ ਵਿੱਚ ਇਸ ਮੀਟਿੰਗ ਦਾ ਸੰਖੇਪ ਵੇਰਵਾ ਦਿੰਦਿਆਂ ਲਿਖਿਆ ਹੈ ਕਿ
17 ਨਵੰਬਰ ਨੂੰ ਸਾਡੀ ਮੀਟਿੰਗ ਹੋਈ। ਮੇਰੇ ਤੋਂ ਇਲਾਵਾ ਇਸ ਵਿੱਚ ਬਾਬਾ ਨਿਧਾਨ ਸਿੰਘ ਚੁੱਗਾ, ਪਿਆਰਾ ਸਿੰਘ ਲੰਗੇਰੀ, ਕਰਤਾਰ ਸਿੰਘ ਸਰਾਭਾ, ਜਗਤ ਰਾਮ ਹਰਿਆਣਾ, ਅਮਰ ਸਿੰਘ, ਰਾਮ ਰੱਖਾ ਸਾਹਿਬਾਂ ਅਤੇ ਹੋਰ ਸਾਥੀ ਸ਼ਾਮਿਲ ਸਨ। 3 ਮੁੱਦਿਆਂ ਤੇ ਬਹਿਸ ਚੱਲੀ। ਨੰਬਰ 1, ਪੈਸੇ ਕਿਸ ਤਰ੍ਹਾਂ ਇਕੱਠੇ ਕੀਤੇ ਜਾਣ। ਨੰਬਰ 2, ਹਥਿਆਰ ਇਕੱਠੇ ਕਿਸ ਤਰ੍ਹਾਂ ਕੀਤੇ ਜਾਣ। ਨੰਬਰ 3, ਬੰਗਾਲੀ ਦੇਸ਼ ਭਗਤਾਂ ਨਾਲ ਕਿਸ ਤਰ੍ਹਾਂ ਸੰਬੰਧ ਬਣਾਏ ਜਾਣ। ਪੈਸੇ ਦੇ ਮਾਮਲੇ ਤੇ ਜ਼ੋਰਦਾਰ ਬਹਿਸ ਚੱਲੀ। ਇਹ ਗੱਲ ਸਾਫ਼ ਸੀ ਕਿ ਲੋਕਾਂ ਤੋਂ ਚੰਦਾ ਮੰਗਣਾ ਖਤਰੇ ਤੋਂ ਖਾਲੀ ਨਹੀਂ ਸੀ। ਕਰਤਾਰ ਸਿੰਘ ਸਰਾਭਾ ਨੇ ਪੈਸੇ ਲਈ ਡਾਕੇ ਮਾਰਨ ਦੀ ਸਲਾਹ ਦਿੱਤੀ। ਬਾਬਾ ਨਿਧਾਨ ਸਿੰਘ ਨੇ ਇਸ ਦਾ ਸਖਤ ਵਿਰੋਧ ਕੀਤਾ ਅਤੇ ਕਿਹਾ ਕਿ ਇਸ ਦੇ ਬੜੇ ਖਤਰਨਾਕ ਨਤੀਜੇ ਨਿਕਲਣਗੇ। ਅਸੀਂ ਸਾਰਿਆਂ ਨੇ ਉਸ ਬਾਬਾ ਨਿਧਾਨ ਸਿੰਘ ਦੀ ਤਜਵੀਜ਼ ਪਾਸ ਤਾਂ ਕਰ ਲਈ, ਪਰ ਅਮਲ ਵਿੱਚ ਅਸੀਂ ਉਸ ਦੀ ਤਜਵੀਜ਼ ਦੇ ਉਲਟ ਹੀ ਕਰਤਾਰ ਸਿੰਘ ਸਰਾਭਾ ਦੀ ਸਲਾਹ ਤੇ ਕੰਮ ਕੀਤਾ। ਭਾਈ ਪ੍ਰਿਥਵੀ ਸਿੰਘ ਦੇ ਉਪਰੋਕਤ ਕਥਨ ਤੋਂ ਇੱਕ ਗੱਲ ਤਾਂ ਭਲੀ ਭਾਂਤ ਸਪਸ਼ਟ ਹੋ ਜਾਂਦੀ ਹੈ ਕਿ ਮੀਟਿੰਗ ਵਿੱਚ ਹਾਜ਼ਰ ਸਾਰੇ ਹੀ ਮੈਂਬਰਾਂ ਨੇ ਕਰਤਾਰ ਸਿੰਘ ਸਰਾਭਾ ਦੀ ਡਾਕੇ ਮਾਰਨ ਦੀ ਸਲਾਹ ਰੱਦ ਕਰ ਦਿੱਤੀ ਸੀ। ਪਰ ਇਸ ਦੇ ਨਾਲ ਹੀ ਪ੍ਰਿਥਵੀ ਸਿੰਘ ਦਾ ਇਹ ਕਹਿਣਾ ਕਿ ਅਮਲ ਵਿੱਚ ਅਸੀਂ ਕਰਤਾਰ ਸਿੰਘ ਸਰਾਭਾ ਦੀ ਤਜਵੀਜ਼ ਅਨੁਸਾਰ ਹੀ ਕੰਮ ਕੀਤਾ, ਥੋੜ੍ਹਾ ਭੰਬਲ ਭੂਸੇ ਵਿੱਚ ਪਾਉਂਦਾ ਹੈ। ਭਾਈ ਪ੍ਰਿਥਵੀ ਸਿੰਘ ਦਾ ਇੱਥੇ ਅਸੀਂ ਤੋਂ ਕੀ ਭਾਵ ਹੈ, ਇਹ ਪੂਰਾ ਸਾਫ਼ ਨਹੀਂ ਹੁੰਦਾ। ਜੇ ਇਸ ਦਾ ਭਾਵ ਇਹ ਹੈ ਕਿ ਭਾਈ ਨਿਧਾਨ ਸਿੰਘ ਨੂੰ ਛੱਡ ਕੇ ਅਮਲ ਵਿੱਚ ਬਾਕੀ ਸਾਰਿਆਂ ਨੇ ਕਰਤਾਰ ਸਿੰਘ ਦੀ ਸਲਾਹ ਦਾ ਪਾਲਣ ਕੀਤਾ, ਤਾਂ ਇਹ ਗੱਲ ਸ਼ੱਕੀ ਲੱਗਦੀ ਹੈ। ਠੋਸ ਤੱਥ ਇਸ ਦੀ ਪੁਸ਼ਟੀ ਨਹੀਂ ਕਰਦੇ। ਭਾਈ ਪ੍ਰਿਥਵੀ ਸਿੰਘ ਇਸ ਮੀਟਿੰਗ ਤੋਂ 3 ਹਫ਼ਤੇ ਬਾਅਦ ਹੀ 8 ਦਸੰਬਰ ਨੂੰ ਅੰਬਾਲਾ ਛਾਉਣੀ ਵਿੱਚੋਂ ਗ੍ਰਿਫਤਾਰ ਹੋ ਗਏ ਸਨ। ਇਹਨਾਂ 3 ਹਫ਼ਤਿਆਂ ਦੇ ਦੌਰਾਨ ਗਦਰ ਪਾਰਟੀ ਵੱਲੋਂ ਕਿਸੇ ਜਗ੍ਹਾ ਡਾਕਾ ਮਾਰਨ ਦੀ ਕੋਈ ਇਤਲਾਹ ਨਹੀਂ। ਭਾਈ ਪ੍ਰਿਥਵੀ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਮਸਲੇ ਤੇ ਪਾਰਟੀ ਅੰਦਰ ਜੋ ਘਟਨਾਕ੍ਰਮ ਵਾਪਰਿਆ, ਐਨ ਸੰਭਵ ਹੈ ਕਿ ਉਹਨਾਂ ਨੂੰ ਇਸ ਦੀ ਪੂਰੀ ਠੀਕ ਜਾਣਕਾਰੀ ਨਹੀਂ। ਅਸਲ ਵਿੱਚ ਹੋਇਆ ਇਹ ਸੀ ਕਿ ਡਾਕੇ ਮਾਰਨ ਦੀ ਤਜਵੀਜ਼ ਇੱਕ ਵਾਰ ਰੱਦ ਹੋ ਜਾਣ ਤੋਂ ਬਾਅਦ ਇਸ ਉੱਤੇ ਕੋਈ ਅਮਲ ਨਹੀਂ ਹੋਇਆ ਸੀ। ਬਾਅਦ ਵਿੱਚ ਜਾ ਕੇ ਜਦ ਗਦਰ ਪਾਰਟੀ ਦਾ ਬੰਗਾਲ ਦੇ ਹਿੰਦੂ ਕ੍ਰਾਂਤੀਕਾਰੀਆਂ ਨਾਲ ਮੇਲ ਹੋਇਆ ਤਾਂ ਉਹਨਾਂ ਦੇ ਜ਼ੋਰ ਪਾਉਣ ਤੇ ਪਾਰਟੀ ਨੇ ਜਨਵਰੀ 1915 ਦੇ ਅੰਤ ਵਿੱਚ ਜਾ ਕੇ ਡਾਕੇ ਮਾਰਨ ਦਾ ਫੈਸਲਾ ਕੀਤਾ। ਇਸ ਬਾਰੇ ਵਿਸਥਾਰ ਵਿੱਚ ਚਰਚਾ ਅੱਗੇ ਜਾ ਕੇ ਕਰਾਂਗੇ। ਖੈਰ, ਕੁਝ ਵੀ ਹੋਵੇ, ਇਸ ਸੱਚਾਈ ਤੋਂ ਨਹੀਂ ਮੁਕਰਿਆ ਜਾ ਸਕਦਾ ਕਿ ਡਾਕੇ ਮਾਰਨ ਦੇ ਸਵਾਲ ਤੇ ਗਦਰ ਪਾਰਟੀ ਅੰਦਰ ਵਿਚਾਰਾਂ ਦਾ ਵਖਰੇਵਾਂ ਪੈਦਾ ਹੋ ਗਿਆ ਸੀ। ਸ਼ਾਇਦ ਇਹੀ ਇੱਕੋ ਇੱਕ ਮਸਲਾ ਸੀ ਜਿਸ ਨੂੰ ਲੈ ਕੇ ਪਾਰਟੀ ਅੰਦਰ ਮਤਭੇਦ ਪ੍ਰਗਟ ਹੋਏ ਅਤੇ ਇਹੀ ਮੁੱਦਾ ਹੈ ਜਿਸ ਬਾਰੇ ਜ਼ਿਆਦਾਤਰ ਅਜੋਕੇ ਜੀਵਨਕਾਰਾਂ ਅਤੇ ਲੇਖਕਾਂ ਨੇ ਵੱਡਾ ਟਪਲਾ ਖਾਧਾ ਹੈ। ਗੱਲ ਬੜੀ ਸਾਦਾ ਹੈ। ਇਨਕਲਾਬੀ ਲਹਿਰਾਂ ਨੂੰ ਅਕਸਰ ਹੀ ਭਾਰੀ ਦਬਾਵਾਂ ਅਤੇ ਤਣਾਵਾਂ ਹੇਠ ਕੰਮ ਕਰਨਾ ਪੈਂਦਾ ਹੈ। ਇੱਕ ਪਾਸੇ ਲਹਿਰ ਉੱਚੇ ਆਦਰਸ਼ ਅਤੇ ਅਸੂਲਾਂ ਨੂੰ ਪਰਨਾਈ ਹੁੰਦੀ ਹੈ ਅਤੇ ਦੂਜੇ ਪਾਸੇ ਉਸ ਨੇ ਸਮੇਂ ਦੀਆਂ ਅਮਲੀ ਲੋੜਾਂ ਦਾ ਵੀ ਬਰਾਬਰ ਖਿਆਲ ਰੱਖਣਾ ਹੁੰਦਾ ਹੈ। ਕਈ ਵੇਰਾਂ ਇਹਨਾਂ ਦੋਨੋਂ ਪੱਖਾਂ ਵਿਚਕਾਰ ਤਿੱਖਾ ਤਣਾਅ ਪੈਦਾ ਹੋ ਜਾਂਦਾ ਹੈ। ਲਹਿਰਾਂ ਦੇ ਆਗੂਆਂ ਸਾਹਮਣੇ ਕਈ ਵਾਰੀ ਅਜਿਹੀ ਮੁਸ਼ਕਿਲ ਹਾਲਤ ਪੈਦਾ ਹੋ ਜਾਂਦੀ ਹੈ ਕਿ ਉਹਨਾਂ ਉੱਤੇ ਅਮਲੀ ਲੋੜਾਂ ਦੀ ਪੂਰਤੀ ਲਈ ਲਹਿਰ ਦੇ ਆਦਰਸ਼ਾਂ ਅਤੇ ਅਸੂਲਾਂ ਨਾਲ ਸਮਝੌਤਾ ਕਰਨ ਦਾ ਭਾਰੀ ਦਬਾਅ ਬਣ ਜਾਂਦਾ ਹੈ। ਅਜਿਹੇ ਮੌਕਿਆਂ ਤੇ ਆਗੂਆਂ ਦੀ ਆਪਣੇ ਆਦਰਸ਼ਾਂ ਦਾ ਨੇਚਾ ਪਰਖ ਵਿੱਚ ਪੈਂਦੀ ਹੈ। ਲਹਿਰ ਅੰਦਰਲੇ ਕੁਝ ਵਰਗਾਂ ਅਤੇ ਵਿਅਕਤੀਆਂ ਅੰਦਰ ਕਈ ਵਾਰੀ ਆਦਰਸ਼ਾਂ ਨਾਲੋਂ ਅਮਲੀ ਲੋੜਾਂ ਨੂੰ ਪ੍ਰਮੁੱਖਤਾ ਦੇਣ ਦੀ ਉਲਾਰ ਪ੍ਰਵਿਰਤੀ ਪੈਦਾ ਹੋ ਜਾਂਦੀ ਹੈ। ਇਸ ਦੇ ਕਾਰਨ ਕੋਈ ਵੀ ਹੋ ਸਕਦੇ ਹਨ। ਹਰ ਇਨਕਲਾਬੀ ਲਹਿਰ ਨੂੰ ਇਸ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਪ੍ਰਤੀ ਸ਼ਰਧਾ ਭਾਵ ਵਿੱਚੋਂ ਲਿਖੀਆਂ ਜੀਵਨੀਆਂ ਲਿਖਤਾਂ ਅੰਦਰ ਆਮ ਕਰਕੇ ਉਸਦੇ ਡਾਕੇ ਮਾਰਨ ਦੀ ਤਜਵੀਜ਼ ਨੂੰ ਪੂਰਾ ਸਹੀ ਅਤੇ ਵਾਜਿਬ ਠਹਿਰਾਉਣ ਦੇ ਯਤਨ ਕੀਤੇ ਗਏ ਹਨ। ਅਜਿਹਾ ਕਰਦਿਆਂ ਕਈ ਲੇਖਕਾਂ ਦੀ ਇਸ ਮਸਲੇ ਬਾਰੇ ਬਹੁਤ ਹੀ ਬੇਟਵੀ ਸਮਝ ਅਤੇ ਪਹੁੰਚ ਉਜਾਗਰ ਹੋਈ ਹੈ। ਕਈਆਂ ਦਾ ਇਹ ਯਤਨ ਅਣਚਾਹੇ ਤੌਰ ਤੇ ਭਾਈ ਕਰਤਾਰ ਸਿੰਘ ਸਰਾਭਾ ਦੀ ਸ਼ੋਭਾ ਵਧਾਉਣ ਦੀ ਬਜਾਏ ਉਸ ਦੀ ਇਨਕਲਾਬੀ ਸ਼ਾਨ ਨੂੰ ਮੱਧਮ ਪਾਉਣ ਵਿੱਚ ਸਹਾਈ ਹੋਇਆ ਹੈ। ਸ਼ਹੀਦ ਭਗਤ ਸਿੰਘ ਦੀ ਨੁਕਸਦਾਰ ਧਾਰਨਾ। ਸ਼ਹੀਦ ਭਗਤ ਸਿੰਘ ਨੇ ਕਰਤਾਰ ਸਿੰਘ ਸਰਾਭਾ ਦੇ ਜੀਵਨ ਬਾਰੇ ਲਿਖੇ ਇੱਕ ਲੇਖ ਅੰਦਰ ਡਾਕੇ ਮਾਰਨ ਬਾਰੇ ਉਸ ਦੀ ਸਮਝ ਅਤੇ ਪਹੁੰਚ ਦੀ ਪੇਸ਼ਕਾਰੀ ਇਸ ਤਰ੍ਹਾਂ ਕੀਤੀ ਹੈ। ਪੈਸੇ ਦੀ ਕਮੀ ਪੂਰੀ ਕਰਨ ਲਈ ਆਪ ਨੇ ਇੱਕ ਬੰਦੇ ਦੇ ਘਰ
ਡਾਕੇ ਦੀ ਯੋਜਨਾ ਬਣਾ ਲਈ। ਡਾਕੇ ਦਾ ਨਾਂ ਸੁਣਦਿਆਂ ਹੀ ਵਿਦਰੋਹੀ ਵੀਰ ਸੁੰਨ ਹੋ ਗਏ, ਪਰ ਆਪ ਨੇ ਕਹਿ ਦਿੱਤਾ, ਕੋਈ ਡਰ ਨਹੀਂ, ਭਾਈ ਪਰਮਾਨੰਦ ਵੀ ਡਕੈਤੀ ਨਾਲ ਸਹਿਮਤ ਹਨ। ਭਾਈ ਪਰਮਾਨੰਦ ਨੂੰ ਪੁੱਛ ਕੇ ਆਉਣ ਦਾ ਜ਼ਿੰਮਾ ਆਪ ਨੂੰ ਸੌਂਪਿਆ ਗਿਆ। ਅਗਲੇ ਦਿਨ ਪਰਮਾਨੰਦ ਨੂੰ ਬਿਨਾਂ ਮਿਲੇ ਹੀ ਜਾ ਕੇ ਕਹਿ ਦਿੱਤਾ, ਪੁੱਛ ਆਇਆ ਹਾਂ, ਉਹ ਸਹਿਮਤ ਹਨ। ਗਦਰ ਦੀ ਤਿਆਰੀ ਵਿੱਚ ਸਿਰਫ ਪੈਸੇ ਦੀ ਕਮੀ ਕਾਰਨ ਕੁਝ ਦੇਰ ਹੋ ਜਾਵੇ, ਉਹ ਇਹ ਬਰਦਾਸ਼ਤ ਨਹੀਂ ਕਰ ਸਕਦੇ ਸਨ। ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਉਪਰੋਕਤ ਪੇਸ਼ਕਾਰੀ ਤੱਥਾਂ ਪੱਖੋਂ ਹੀ ਸਹੀ ਨਹੀਂ ਹੈ। ਕੋਈ ਅਜਿਹੀ ਗੱਲ ਹਕੀਕਤ ਵਿੱਚ ਹੋਈ ਹੀ ਨਹੀਂ ਸੀ। ਕਿਸੇ ਨੇ ਇਹ ਗੱਲ ਝੂਠੀ ਫੈਲਾ ਦਿੱਤੀ ਸੀ। ਭਾਈ ਪਰਮਾਨੰਦ ਨੇ ਆਪਣੀ ਸਵੈ ਜੀਵਨੀ ਅੰਦਰ ਸਪਸ਼ਟ ਲਿਖਿਆ ਹੈ ਕਿ ਮੈਂ ਜਦੋਂ ਲਾਹੌਰ ਜੇਲ੍ਹ ਅੰਦਰ ਕਰਤਾਰ ਸਿੰਘ ਸਰਾਭਾ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਸੀ ਤਾਂ ਉਸ ਨੇ ਅਜਿਹੀ ਕਿਸੇ ਗੱਲ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਸਿੱਧ ਹੁੰਦਾ ਹੈ ਕਿ ਸ਼ਹੀਦ ਭਗਤ ਸਿੰਘ ਨੇ ਇਹ ਗੱਲ ਅਫਵਾਹ ਦੇ ਆਧਾਰ ਤੇ ਹੀ ਲਿਖ ਦਿੱਤੀ ਸੀ। ਪਰ ਤੱਥ ਦੀ ਗਲਤੀ ਨਾਲੋਂ ਵੱਧ ਅਹਿਮ ਗੱਲ ਇਹ ਹੈ ਕਿ ਸ਼ਹੀਦ ਭਗਤ ਸਿੰਘ ਨੇ ਨਾ ਸਿਰਫ ਭਾਈ ਕਰਤਾਰ ਸਿੰਘ ਸਰਾਭਾ ਨੂੰ ਝੂਠ ਬੋਲਦਾ ਦਿਖਾਇਆ ਹੈ, ਸਗੋਂ ਉਸ ਦੇ ਇਸ ਕਰਮ ਨੂੰ ਵਾਜਿਬ ਵੀ ਠਹਿਰਾਇਆ ਹੈ। ਸ਼ਹੀਦ ਭਗਤ ਸਿੰਘ ਦਾ ਉਪਰੋਕਤ ਕਥਨ ਇੱਕ ਹੋਰ ਪੱਖ ਤੋਂ ਵੀ ਦੋਸ਼ਪੂਰਨ ਹੈ। ਇਸ ਵਿੱਚੋਂ ਗਦਰ ਪਾਰਟੀ ਅੰਦਰ ਭਾਈ ਪਰਮਾਨੰਦ ਦੇ ਰੁਤਬੇ ਅਤੇ ਮਹੱਤਵ ਬਾਰੇ ਬਹੁਤ ਹੀ ਗਲਤ ਪ੍ਰਭਾਵ ਬਣਦਾ ਹੈ। ਇਸ ਤੋਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਪਾਰਟੀ ਅਕਸਰ ਹੀ ਭਾਈ ਪਰਮਾਨੰਦ ਕੋਲੋਂ ਸਲਾਹ ਲੈਂਦੀ ਸੀ ਅਤੇ ਉਸ ਦੀ ਰਾਏ ਨੂੰ ਅੰਤਿਮ ਸਮਝਿਆ ਜਾਂਦਾ ਸੀ। ਹਕੀਕਤ ਵਿੱਚ ਅਜਿਹੀ ਉਕਾਹੀ ਕੋਈ ਗੱਲ ਨਹੀਂ ਸੀ। ਸੱਚਾਈ ਇਹ ਸੀ ਕਿ ਭਾਈ ਪਰਮਾਨੰਦ ਕਦੇ ਵੀ ਗਦਰ ਪਾਰਟੀ ਦਾ ਹਿੱਸਾ ਨਹੀਂ ਬਣੇ ਸਨ। ਉਹਨਾਂ ਨੇ ਹਮੇਸ਼ਾ ਹੀ ਇਸ ਤੋਂ ਦੂਰੀ ਬਣਾ ਕੇ ਰੱਖੀ ਸੀ। ਇਹ ਗੱਲ ਉਹਨਾਂ ਦੀ ਸਵੈ ਜੀਵਨੀ ਚੋਂ ਪ੍ਰਤੱਖ ਹੋ ਜਾਂਦੀ ਹੈ। ਸਗੋਂ ਜੇਲ੍ਹ ਅੰਦਰ ਉਸ ਨੇ ਕਈ ਮੌਕਿਆਂ ਤੇ ਪਾਰਟੀ ਦੇ ਵਿਰੁੱਧ ਕੰਮ ਕੀਤਾ। ਉਸ ਨੇ ਗਦਰ ਪਾਰਟੀ ਦੀ ਕਿਸੇ ਵੀ ਸਰਗਰਮੀ ਵਿੱਚ ਹਿੱਸਾ ਨਹੀਂ ਲਿਆ ਸੀ। ਅਮਰੀਕਾ ਅੰਦਰ ਉਸ ਦੀ ਕੁਝ ਗਦਰੀ ਆਗੂਆਂ ਨਾਲ ਜਾਣ ਪਛਾਣ ਬਣ ਗਈ ਸੀ। ਉਹ ਬਹੁਤ ਪਹਿਲਾਂ ਅਮਰੀਕਾ ਤੋਂ ਦੇਸ਼ ਪਰਤ ਆਇਆ ਸੀ। ਪੁਰਾਣੀ ਜਾਣ ਪਛਾਣ ਕਰਕੇ ਕੁਝ ਗਦਰੀ ਗਾਹੇ ਬਗਾਹੇ ਲਾਹੌਰ ਅੰਦਰ ਉਸ ਦੀ ਦੁਕਾਨ ਤੇ ਗੇੜਾ ਮਾਰ ਲੈਂਦੇ ਸਨ। ਉਹ ਕਦੇ ਅੜੇ ਥੁੜੇ ਇੱਕ ਦੂਜੇ ਨੂੰ ਸੁਨੇਹਾ ਪੱਤਾ ਦੇਣ ਵਾਸਤੇ ਉਸ ਦੇ ਅੱਡੇ ਦੀ ਵਰਤੋਂ ਕਰ ਲੈਂਦੇ ਸਨ। ਇਸ ਤੋਂ ਵੱਧ ਉਸ ਦਾ ਪਾਰਟੀ ਨਾਲ ਹੋਰ ਕੋਈ ਲੈਣ ਦੇਣ ਨਹੀਂ ਸੀ। ਅੰਗਰੇਜ਼ ਸਰਕਾਰ ਉਸ ਦੇ ਬਰਤਾਨੀਆ ਵਿਰੋਧੀ ਆਰੀਆ ਸਮਾਜੀ ਖਿਆਲਾਂ ਕਰਕੇ ਉਸ ਉੱਤੇ ਖਫਾ ਸੀ। ਉਸ ਵੱਲੋਂ ਭਾਰਤ ਦੇ ਇਤਿਹਾਸ ਬਾਰੇ ਲਿਖੀ ਇੱਕ ਕਿਤਾਬ ਅੰਗਰੇਜ਼ ਸਰਕਾਰ ਨੂੰ ਗਵਾਰਾ ਨਹੀਂ ਹੋਈ ਸੀ, ਜਿਸ ਕਰਕੇ ਸਰਕਾਰ ਨੇ ਉਸ ਦੇ ਗਦਰ ਪਾਰਟੀ ਨਾਲ ਸਬੰਧਾਂ ਦਾ ਬਹਾਨਾ ਬਣਾ ਕੇ ਉਸ ਨੂੰ ਗ੍ਰਿਫਤਾਰ ਕਰਕੇ ਗਦਰੀ ਆਗੂਆਂ ਨਾਲ ਹੀ ਪਹਿਲੇ ਲਾਹੌਰ ਸਾਜ਼ਿਸ਼ ਕੇਸ ਵਿੱਚ ਉਡੰਗ ਲਿਆ ਸੀ। ਸ਼ਹੀਦ ਭਗਤ ਸਿੰਘ ਨੂੰ ਜਾਂ ਤਾਂ ਇਹਨਾਂ ਤੱਥਾਂ ਦੀ ਜਾਣਕਾਰੀ ਨਹੀਂ ਸੀ ਅਤੇ ਜਾਂ ਫਿਰ ਉਹ ਭਾਈ ਪਰਮਾਨੰਦ ਪ੍ਰਤੀ ਆਪਣੇ ਉਲਾਰ ਸ਼ਰਧਾ ਭਾਵ ਕਰਕੇ ਗਲਤਫਹਿਮੀ ਦਾ ਸ਼ਿਕਾਰ ਹੋ ਗਿਆ ਸੀ। ਅਸਲ ਵਿੱਚ ਭਾਈ ਪਰਮਾਨੰਦ ਨੂੰ ਆਪਣਾ ਮਹੱਤਵ ਵਧਾ ਚੜ੍ਹਾ ਕੇ ਦਰਸਾਉਣ ਦੀ ਵਾਦੀ ਸੀ। ਉਸ ਮੰਤਵ ਲਈ ਉਹ ਝੂਠ ਦਾ ਸਹਾਰਾ ਲੈਣ ਤੋਂ ਝਿਜਕ ਨਹੀਂ ਮੰਨਦਾ ਸੀ। ਆਪਣੀ ਸਵੈ ਜੀਵਨੀ ਅੰਦਰ ਉਸ ਨੇ ਆਪਣੇ ਆਪ ਨੂੰ ਭਾਈ ਕਰਤਾਰ ਸਿੰਘ ਸਰਾਭਾ ਦਾ ਸਿਆਸੀ ਉਸਤਾਦ ਦਰਸਾਉਣ ਲਈ ਕਈ ਮਨਘੜਤ ਕਿੱਸੇ ਲਿਖ ਮਾਰੇ ਸਨ। ਆਪਣੇ ਝੂਠਾਂ ਨੂੰ ਸੱਚੇ ਦਰਸਾਉਣ ਲਈ ਉਸ ਨੇ ਇੱਕ ਜਗ੍ਹਾ ਭਾਈ ਸਰਾਭਾ ਦੇ ਝੂਠ ਬੋਲਣ ਦੇ ਸੁਭਾਅ ਵੱਲ ਇਸ਼ਾਰਾ ਕਰਨ ਦੀ ਕੋਝੀ ਹਰਕਤ ਕੀਤੀ ਹੈ। ਬਾਬਾ ਸੋਹਣ ਸਿੰਘ ਭਕਨਾ ਨੇ ਆਪਣੀ ਆਤਮ ਕਥਾ ਮੇਰੀ ਰਾਮ ਕਹਾਣੀ ਵਿੱਚ ਭਾਈ ਪਰਮਾਨੰਦ ਵੱਲੋਂ ਆਪਣੀਆਂ ਲਿਖਤਾਂ ਅੰਦਰ ਸਿੱਖਾਂ ਪ੍ਰਤੀ ਸਾੜੇ ਦੀ ਭਾਵਨਾ ਚੋਂ ਗਦਰ ਲਹਿਰ ਬਾਰੇ ਲਿਖੇ ਬਹੁਤ ਸਾਰੇ ਝੂਠਾਂ ਦਾ ਪਾਜ ਉਘਾੜਿਆ ਹੈ। ਇਸ ਤੋਂ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਲਹਿਰ ਅੰਦਰ ਨੈਤਿਕਤਾ ਬਾਰੇ ਸਮਝ ਉਜਾਗਰ ਹੋ ਜਾਂਦੀ ਹੈ। ਉਸ ਦਾ ਭਾਵ ਸਪਸ਼ਟ ਹੈ ਕਿ ਇਨਕਲਾਬੀ ਲਹਿਰ ਨੂੰ ਅੱਗੇ ਵਧਾਉਣ ਲਈ ਜੇਕਰ ਆਪਣੇ ਹੀ ਸਾਥੀਆਂ ਕੋਲ ਵੀ ਝੂਠ ਬੋਲਣਾ ਪੈ ਜਾਵੇ ਤਾਂ ਇਹ ਅਨੈਤਿਕ ਨਹੀਂ, ਮੰਤਵ ਪੂਰਾ ਹੋਣਾ ਚਾਹੀਦਾ ਹੈ। ਹਕੀਕਤ ਵਿੱਚ ਇਹ ਮਸਲਾ ਨਿਸ਼ਾਨੇ ਅਤੇ ਸਾਧਨਾ ਦੇ ਆਪਸੀ ਰਿਸ਼ਤੇ ਦਾ ਹੈ। ਇਨਕਲਾਬੀ ਲਹਿਰਾਂ ਅੰਦਰ ਇਸ ਬਾਰੇ ਦੋ ਕਿਸਮ ਦੀਆਂ ਸਮਝਾਂ ਪਾਈਆਂ ਜਾਂਦੀਆਂ ਹਨ। ਇੱਕ ਇਹ ਕਿ ਉੱਤਮ ਨਿਸ਼ਾਨਾ ਹਾਸਿਲ ਕਰਨ ਲਈ ਸਾਧਨ ਵੀ ਉਨੇ ਹੀ ਉੱਤਮ ਅਪਣਾਉਣੇ ਚਾਹੀਦੇ ਹਨ। ਇਸ ਸਚਿਆਰੀ ਸਮਝ ਦੇ ਉਲਟ ਇਹ
ਉਪਯੋਗਤਾਵਾਦੀ ਧਾਰਨਾ ਪ੍ਰਚਲਿਤ ਹੈ ਕਿ ਨੇਕ ਉਪਦੇਸ਼ਾਂ ਦੀ ਪੂਰਤੀ ਲਈ ਠੀਕ ਗਲਤ ਕੋਈ ਵੀ ਢੰਗ ਅਪਣਾਇਆ ਜਾ ਸਕਦਾ ਹੈ। ਇਨਕਲਾਬੀ ਲਹਿਰਾਂ ਨੂੰ ਅਕਸਰ ਹੀ ਇਸ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਕਈ ਲੇਖਕਾਂ ਵੱਲੋਂ ਇਸ ਮਸਲੇ 'ਤੇ ਭਾਈ ਕਰਤਾਰ ਸਿੰਘ ਸਰਾਭਾ ਦਾ ਪੱਖ ਲੈਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਨਕਲਾਬੀ ਲਹਿਰਾਂ ਅਤੇ ਇਸ ਦੇ ਨਾਇਕਾਂ ਬਾਰੇ ਉਹਨਾਂ ਦੀ ਸਮਝ ਯਥਾਰਥਕ ਨਾ ਹੋ ਕੇ ਭਾਵਾਤਮਕ ਅਥਵਾ ਆਦਰਸ਼ਵਾਦੀ ਹੈ। ਉਹ ਇਹ ਮੰਨ ਕੇ ਚੱਲਦੇ ਹਨ ਕਿ ਇਨਕਲਾਬੀ ਸੂਰਮਿਆਂ ਅੰਦਰ ਕੋਈ ਵੀ ਸਿਧਾਂਤਕ ਜਾਂ ਸਦਾਚਾਰਕ ਤਰੁੱਟੀ ਨਹੀਂ ਹੋ ਸਕਦੀ ਅਤੇ ਉਹ ਕਦੇ ਵੀ ਗਲਤ ਨਹੀਂ ਹੋ ਸਕਦੇ, ਜਦ ਕਿ ਅਜਿਹਾ ਸੋਚਣਾ ਗੈਰ ਕੁਦਰਤੀ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਦੇ ਮਹਾਵਾਕ ਅਨੁਸਾਰ ਹੱਡ ਮਾਸ ਦਾ ਪੁਤਲਾ ਕੋਈ ਵੀ ਮਨੁੱਖ ਕਿੱਡਾ ਵੀ ਮਹਾਨ ਕਿਉਂ ਨਾ ਹੋਵੇ, ਊਣਤਾਈਆਂ ਤੋਂ ਪੂਰਨ ਰੂਪ ਵਿੱਚ ਸੁਰਖਰੂ ਨਹੀਂ ਹੋ ਸਕਦਾ। ਅਦੁੱਤੀ ਗੁਣਾਂ ਦਾ ਧਾਰਨੀ ਵਿਅਕਤੀ ਵੀ ਕਿਸੇ ਮੌਕੇ 'ਤੇ ਸੋਚ ਅਤੇ ਅਮਲ ਦੇ ਖੇਤਰ ਵਿੱਚ ਕੋਈ ਗਲਤੀ ਕਰ ਸਕਦਾ ਹੈ। ਕਿਸੇ ਇੱਕ ਅੱਧੀ ਗਲਤੀ ਨਾਲ ਹੀ ਉਸ ਦੀ ਮਹਾਨਤਾ ਘਟ ਨਹੀਂ ਜਾਂਦੀ। ਅਹਿਮ ਗੱਲ ਉਸ ਦੀ ਸੁਹਿਰਦਤਾ ਹੁੰਦੀ ਹੈ। ਇਨਕਲਾਬੀਆਂ ਦਾ ਇਹੀ ਸਭ ਤੋਂ ਵੱਡਾ ਇਖਲਾਕੀ ਗੁਣ ਹੁੰਦਾ ਹੈ। ਡਾਕਿਆਂ ਬਾਰੇ ਭਾਈ ਕਰਤਾਰ ਸਿੰਘ ਸਰਾਭਾ ਦੀ ਸਮਝ ਅਤੇ ਪਹੁੰਚ ਨੂੰ ਜੇਕਰ ਉਪਰੋਕਤ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਇਹ ਸੱਚਾਈ ਮੰਨ ਲੈਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਇਸ ਮਸਲੇ 'ਤੇ ਉਸ ਕੋਲੋਂ ਨਿਸ਼ਚਿਤ ਤੌਰ 'ਤੇ ਉਕਾਈ ਹੋਈ ਸੀ। ਉਸ ਦੀ ਸਮੁੱਚੀ ਸ਼ਖਸੀਅਤ ਅਤੇ ਮੀਂਜਾਂ ਤੋਂ ਇਸ ਦੇ ਕਾਰਨਾਂ ਬਾਰੇ ਕਿਆਫਾ ਲਾਇਆ ਜਾ ਸਕਦਾ ਹੈ। ਜੰਗ ਲੱਗਣ ਨਾਲ ਦੇਸ਼ ਦੇ ਅੰਦਰ ਬਾਹਰਮੁਖੀ ਹਾਲਤਾਂ ਕਿੰਨੀਆਂ ਸਾਜ਼ਗਾਰ ਹੋ ਗਈਆਂ ਸਨ, ਇਸ ਦਾ ਅਹਿਸਾਸ ਭਾਈ ਕਰਤਾਰ ਸਿੰਘ ਸਰਾਭਾ ਤੋਂ ਬਿਨਾਂ ਹੋਰ ਕਿਸ ਨੂੰ ਹੋ ਸਕਦਾ ਸੀ। ਅੰਗਰੇਜ਼ ਸਰਕਾਰ ਦਾ ਤਖਤਾ ਉਲਟਾਉਣ ਲਈ ਜਿੰਨੀ ਅੱਗ ਉਸ ਦੇ ਹਿਰਦੇ ਵਿੱਚ ਬਲ ਰਹੀ ਸੀ, ਉਨੀ ਸ਼ਾਇਦ ਹੋਰ ਕਿਸੇ ਦੇ ਨਹੀਂ। ਇਸ ਕਰਕੇ 2 ਮਹੀਨਿਆਂ ਤੋਂ ਉਹ ਆਰਾਮ ਕਰਨਾ ਭੁੱਲ ਗਿਆ ਸੀ। ਉਸ ਨੇ ਮਿਹਨਤ ਅਤੇ ਭੱਜ ਨੱਠ ਕਰਨ ਵਿੱਚ ਮਸ਼ੀਨਾਂ ਨੂੰ ਮਾਤ ਪਾ ਦਿੱਤੀ ਸੀ। ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਸਿਰਫ ਪੈਸੇ ਅਤੇ ਹਥਿਆਰਾਂ ਦੀ ਤੋਟ ਕਾਰਨ ਹੀ ਬਗਾਵਤ ਦਾ ਕਾਰਜ ਲੇਟ ਹੋਈ ਜਾ ਰਿਹਾ ਸੀ। ਦਿਨ ਤੇਜ਼ੀ ਨਾਲ ਲੰਘੀ ਜਾ ਰਹੇ ਸਨ। ਜਿਨ੍ਹਾਂ ਸਿਪਾਹੀਆਂ ਦੀ ਮਦਦ ਨਾਲ ਉਹਨਾਂ ਨੇ ਲਾਹੌਰ ਅਤੇ ਫਿਰੋਜ਼ਪੁਰ ਦੀਆਂ ਛਾਉਣੀਆਂ ਅੰਦਰ ਬਗਾਵਤ ਦਾ ਮਹੂਰਤ ਕਰਨਾ ਸੀ, ਉਹਨਾਂ ਸਿਪਾਹੀਆਂ ਨੂੰ ਕਿਸੇ ਵੇਲੇ ਵੀ ਦੇਸ਼ ਤੋਂ ਬਾਹਰ ਜੰਗ ਦੇ ਮੋਰਚਿਆਂ 'ਤੇ ਚਲੇ ਜਾਣ ਦੇ ਫਰਮਾਨ ਜਾਰੀ ਹੋ ਸਕਦੇ ਸਨ। ਉਸ ਤੋਂ ਬਾਅਦ ਗਦਰੀ ਇਨਕਲਾਬੀਆਂ ਨੇ ਹੱਥ ਮਲਦੇ ਹੀ ਰਹਿ ਜਾਣਾ ਸੀ। ਉਹਨਾਂ ਨੂੰ ਆਪਣੇ ਹਮਾਇਤੀਆਂ ਕੋਲੋਂ ਜਿੰਨੇ ਫੰਡਾਂ ਦੀ ਉਮੀਦ ਸੀ ਉਹ ਮਿਲ ਨਹੀਂ ਰਹੇ ਸਨ, ਜਿਸ ਨਾਲ ਕਰਤਾਰ ਸਿੰਘ ਸਰਾਭਾ ਵਰਗੇ ਇਨਕਲਾਬੀ, ਜਿਸ ਦਾ ਆਪਣਾ ਰੋਮ ਰੋਮ ਗਦਰ ਨੂੰ ਸਮਰਪਿਤ ਸੀ, ਦੇ ਮਨ ਅੰਦਰ ਦਾਨੀ ਲੋਕਾਂ ਬਾਰੇ ਕੁਝ ਹੱਦ ਤੱਕ ਬੇਭਰੋਸਗੀ ਪੈਦਾ ਹੋ ਜਾਣੀ ਗੈਰ ਸੁਭਾਵਿਕ ਨਹੀਂ ਸੀ। ਅਜਿਹੀ ਮਨੋ ਅਵਸਥਾ ਵਿੱਚ ਉਸ ਵਰਗੇ ਲੋਕਾਂ ਵੱਲੋਂ ਬਾਬਾ ਨਿਧਾਨ ਸਿੰਘ ਚੁੱਘਾ ਦੀ ਸਰਦਾਰ ਨਾਨਕ ਸਿੰਘ ਭਦੌੜ ਬਾਰੇ ਕਹੀ ਗੱਲ ਨੂੰ ਆਵਾਗੌਣ ਹੀ ਸਮਝ ਲੈਣਾ ਕੋਈ ਵੱਡੀ ਗੱਲ ਨਹੀਂ ਸੀ। ਪਰ ਕੁਛ ਵੀ ਹੋਵੇ, ਅਸੂਲੀ ਤੌਰ 'ਤੇ ਭਾਈ ਕਰਤਾਰ ਸਿੰਘ ਸਰਾਭਾ ਦੀ ਇਸ ਸੋਚ ਨੂੰ ਵਾਜਿਬ ਨਹੀਂ ਠਹਿਰਾਇਆ ਜਾ ਸਕਦਾ। ਜਿਵੇਂ ਕਿ ਅਸੀਂ ਅੱਗੇ ਜਾ ਕੇ ਵੇਖਾਂਗੇ, ਗਦਰ ਲਹਿਰ ਦੇ ਬਾਕੀ ਸਾਰੇ ਹੀ ਆਗੂਆਂ ਨੇ ਇਸ ਨੂੰ ਗਦਰ ਪਾਰਟੀ ਦੇ ਪ੍ਰਵਾਨਿਤ ਅਸੂਲਾਂ ਦੀ ਉਲੰਘਣਾ ਵਜੋਂ ਹੀ ਲਿਆ ਸੀ। ਬਾਅਦ ਵਿੱਚ ਜਾ ਕੇ ਸਾਰਿਆਂ ਨੂੰ ਹੀ ਇਸ ਉੱਤੇ ਗਹਿਰਾ ਅਫਸੋਸ ਹੋਇਆ ਸੀ, ਪਰ ਇਸ ਦੇ ਬਾਵਜੂਦ ਕਿਸੇ ਵੀ ਗਦਰੀ ਆਗੂ ਜਾਂ ਵਰਕਰ ਦੇ ਮਨ ਅੰਦਰ ਇਸ ਵਜ੍ਹਾ ਕਰਕੇ ਭਾਈ ਕਰਤਾਰ ਸਿੰਘ ਸਰਾਭਾ ਪ੍ਰਤੀ ਪਿਆਰ ਅਤੇ ਸਤਿਕਾਰ ਦੇ ਭਾਵ ਵਿੱਚ ਮਾਸਾ ਭਰ ਵੀ ਕਮੀ ਨਹੀਂ ਆਈ ਸੀ। ਬਾਬਾ ਸੋਹਣ ਸਿੰਘ ਭਕਨਾ, ਬਾਬਾ ਨਿਧਾਨ ਸਿੰਘ ਚੁੱਘਾ, ਮਾਸਟਰ ਊਧਮ ਸਿੰਘ ਕਸੇਲ, ਭਾਈ ਸੰਤੋਖ ਸਿੰਘ, ਭਾਈ ਸਾਹਿਬ, ਭਾਈ ਰਣਧੀਰ ਸਿੰਘ ਸਮੇਤ ਸਾਰਿਆਂ ਨੇ ਹੀ ਉਸ ਨੂੰ ਪੂਰਾ ਪਿਆਰ ਅਤੇ ਇੱਜ਼ਤ ਮਾਣ ਬਖਸ਼ਿਆ ਸੀ। ਉਹਨਾਂ ਨੇ ਜਦੋਂ ਵੀ ਉਸ ਨੂੰ ਯਾਦ ਕੀਤਾ, ਉਸ ਪ੍ਰਤੀ ਤੀਬਰ ਸਨੇਹ ਅਤੇ ਸਨਮਾਨ ਪ੍ਰਗਟਾਇਆ। ਬਗਾਵਤ ਦੇ ਅਸਫਲ ਯਤਨ। ਗਦਰੀ ਆਗੂ ਅਮਰੀਕਾ ਕੈਨੇਡਾ ਤੋਂ ਇਹ ਧਾਰ ਕੇ ਚੱਲੇ ਸਨ ਕਿ ਉਹ ਜਾਂਦਿਆਂ ਹੀ ਪੂਰੇ ਜੋਸ਼ ਸ਼ੋਰ ਨਾਲ ਫੌਜਾਂ ਅੰਦਰ ਗਦਰ ਦਾ ਪ੍ਰਚਾਰ ਸ਼ੁਰੂ ਕਰ ਦੇਣਗੇ ਅਤੇ ਜਿਉਂ ਹੀ ਯੁੱਧ ਨੀਤਿਕ ਪੱਖ ਤੋਂ ਮਹੱਤਵਪੂਰਨ ਕੁਝ ਛਾਉਣੀਆਂ ਅੰਦਰ ਦੇਸੀ ਪਲਟਣਾਂ 'ਚੋਂ ਗੁਜ਼ਾਰੇ ਜੋਗੇ ਸਿਪਾਹੀ ਬਗਾਵਤ ਕਰਨ ਲਈ ਤਿਆਰ ਹੋ ਗਏ ਤਾਂ ਉਹ ਇੱਕ ਦਿਨ ਮਿੱਥ ਕੇ ਇਹਨਾਂ ਛਾਉਣੀਆਂ ਅੰਦਰ ਬਗਾਵਤ ਦਾ ਝੰਡਾ ਝੁਲਾ ਦੇਣਗੇ। 2 ਕੁ ਮਹੀਨਿਆਂ ਵਿੱਚ ਉਹਨਾਂ ਨੇ ਲਹਿਰ ਅਤੇ ਫਿਰੋਜ਼ਪੁਰ ਦੀਆਂ ਛਾਉਣੀਆਂ ਅੰਦਰੋਂ ਚੌਖੇ ਸਿਪਾਹੀ ਗੰਢ ਲਏ ਸਨ।
इन्हां सिपाहियां राਹੀਂ ਉਹਨਾਂ ਨੂੰ ਇਹ ਰਿਪੋਰਟਾਂ ਮਿਲੀਆਂ ਸਨ ਕਿ ਜਦੋਂ ਇੱਕ ਵਾਰ ਬਗਾਵਤ ਸ਼ੁਰੂ ਹੋ ਗਈ ਤਾਂ ਦੇਸੀ ਫੌਜਾਂ ਵੱਡੀ ਪੱਧਰ 'ਤੇ ਗਦਰੀਆਂ ਨਾਲ ਆ ਮਿਲਣਗੀਆਂ। ਇਹਨਾਂ ਬਾਗੀ ਫੌਜਾਂ ਤੇ ਇਹਨਾਂ ਛਾਉਣੀਆਂ ਅੰਦਰੋਂ ਲੁੱਟੇ ਹਥਿਆਰਾਂ ਦੀ ਮਦਦ ਨਾਲ ਗਦਰੀਆਂ ਕੋਲ ਚੰਗੀ ਖਾਸੀ ਫੌਜ ਹੋ ਜਾਵੇਗੀ। ਇਸ ਤਰ੍ਹਾਂ ਅੰਗਰੇਜ਼ ਸਰਕਾਰ ਦੇ ਵਿਰੁੱਧ ਜੰਗ ਛੇੜ ਦਿੱਤੀ ਜਾਵੇਗੀ। ਗਦਰੀ ਆਗੂਆਂ ਨੂੰ ਉਹਨਾਂ ਦੇ ਹਮਾਇਤੀ ਸਿਪਾਹੀਆਂ ਕੋਲੋਂ ਇਹ ਸੂਚਨਾ ਵੀ ਮਿਲ ਗਈ ਸੀ ਕਿ ਗੋਰਾ ਫੌਜਾਂ ਦਾ ਵੱਡਾ ਹਿੱਸਾ ਜੰਗ ਵਿੱਚ ਸ਼ਾਮਿਲ ਹੋਣ ਲਈ ਯੂਰਪ ਵਿੱਚ ਭੇਜ ਦਿੱਤਾ ਗਿਆ ਸੀ। ਉਹਨਾਂ ਸਮਿਆਂ ਵਿੱਚ ਹਿੰਦੁਸਤਾਨ ਅੰਦਰ ਨਿਰੋਲ ਗੋਰਿਆਂ ਦੇ ਕੁੱਲ 9 ਰਸਾਲੇ ਸਨ, ਜਿਨ੍ਹਾਂ ਵਿੱਚੋਂ 7 ਬਾਹਰ ਜੰਗ ਦੇ ਮੋਰਚਿਆਂ 'ਤੇ ਚਲੇ ਗਏ ਸਨ। ਇਸੇ ਤਰ੍ਹਾਂ 52 ਗੋਰੀਆਂ ਪਲਟਣਾਂ ਵਿੱਚੋਂ 44 ਅਤੇ 56 ਸ਼ਾਹੀ ਤੋਪਖਾਨਿਆਂ ਵਿੱਚੋਂ 43 ਸਮੁੰਦਰੋਂ ਪਾਰ ਭੇਜੇ ਜਾ ਚੁੱਕੇ ਸਨ। ਹਿੰਦੁਸਤਾਨੀ ਫੌਜਾਂ ਦੇ ਸਾਰੇ ਹਵਾਈ ਜਹਾਜ਼ ਹਵਾਈ ਸੈਨਿਕਾਂ ਸਮੇਤ ਇੰਗਲੈਂਡ ਜਾਂ ਮਿਸਰ ਭੇਜੇ ਜਾ ਚੁੱਕੇ ਸਨ। ਇਸ ਤਰ੍ਹਾਂ ਗੋਰਾ ਫੌਜ ਦੀ ਹਿੰਦ ਵਿੱਚ ਨਫਰੀ 15,000 ਤੋਂ ਵੀ ਘੱਟ ਰਹਿ ਗਈ ਸੀ। ਇਹਨਾਂ ਵਿੱਚੋਂ ਵੀ ਕਾਫੀ ਸਰਹੱਦਾਂ ਉੱਤੇ ਤੈਨਾਤ ਸਨ। ਹੋਰ ਅਹਿਮ ਗੱਲ ਇਹ ਕਿ ਇਹਨਾਂ 15,000 ਗੋਰਿਆਂ ਵਿੱਚੋਂ ਜ਼ਿਆਦਾਤਰ ਜਾਂ ਤਾਂ ਵੱਡੀ ਉਮਰ ਦੇ ਲੋਕ ਸਨ, ਜਿਹੜੇ ਜੰਗ ਦੇ ਮੋਰਚਿਆਂ 'ਤੇ ਲੜਨ ਦੇ ਬਹੁਤਾ ਕਾਬਿਲ ਨਹੀਂ ਰਹੇ ਸਨ, ਅਤੇ ਜਾਂ ਬਿਲਕੁਲ ਨਵੇਂ ਰੰਗਰੂਟ ਸਨ, ਜਿਨ੍ਹਾਂ ਨੂੰ ਲੜਾਈ ਦਾ ਬਹੁਤਾ ਅਭਿਆਸ ਨਹੀਂ ਸੀ। ਇਹ ਜ਼ਿਆਦਾ ਕਰਕੇ ਮੈਗਜ਼ੀਨਾਂ ਦੀ ਰਾਖੀ ਕਰਨ ਲਈ ਹੀ ਰੱਖੇ ਹੋਏ ਸਨ। ਸਮੁੱਚੇ ਉੱਤਰ ਭਾਰਤ ਦੀਆਂ 2 ਵੱਡੀਆਂ ਛਾਉਣੀਆਂ ਜਿਵੇਂ ਲਾਹੌਰ, ਫਿਰੋਜ਼ਪੁਰ ਅਤੇ ਅੰਬਾਲਾ ਆਦਿ ਨੂੰ ਛੱਡ ਕੇ ਹੋਰ ਕਿਸੇ ਵੀ ਇੱਕ ਛਾਉਣੀ ਵਿੱਚ 300 ਤੋਂ ਵੱਧ ਗੋਰੇ ਫੌਜੀ ਨਹੀਂ ਬਚੇ ਸਨ। ਫੌਜੀ ਨੁਕਤਾ ਨਿਗਾਹ ਤੋਂ ਹਿੰਦੁਸਤਾਨ ਦੇ ਅੰਦਰ ਅੰਗਰੇਜ਼ ਹਾਕਮਾਂ ਦੀ ਇਹ ਕਮਜ਼ੋਰ ਹਾਲਤ ਗਦਰੀ ਇਨਕਲਾਬੀਆਂ ਦੇ ਧਿਆਨ ਵਿੱਚ ਸੀ ਅਤੇ ਉਹਨਾਂ ਨੇ ਇਸ ਮੁਤਾਬਿਕ ਹੀ ਆਪਣੀ ਗਦਰ ਦੀ ਪਲੈਨ ਘੜੀ ਸੀ। ਉਹਨਾਂ ਨੂੰ ਭਰੋਸਾ ਸੀ ਕਿ ਛਾਉਣੀਆਂ ਅੰਦਰ ਇੰਨੇ ਕੁ ਗੋਰਿਆਂ ਨੂੰ ਕਾਬੂ ਕਰਨਾ ਬਹੁਤਾ ਔਖਾ ਨਹੀਂ ਸੀ। ਇਸ ਸਮੁੱਚੀ ਸਥਿਤੀ ਨੂੰ ਵਾਚਣ ਤੋਂ ਬਾਅਦ ਗਦਰੀ ਆਗੂਆਂ ਨੇ ਨਵੰਬਰ ਦੇ ਮਹੀਨੇ ਵਿੱਚ ਹੀ ਬਗਾਵਤ ਸ਼ੁਰੂ ਕਰ ਦੇਣ ਦਾ ਮਨ ਬਣਾ ਲਿਆ ਸੀ। ਉਹਨਾਂ ਸਾਹਮਣੇ ਵੱਡੀ ਸਮੱਸਿਆ ਲਾਹੌਰ ਅਤੇ ਫਿਰੋਜ਼ਪੁਰ ਦੀਆਂ ਛਾਉਣੀਆਂ ਉੱਤੇ ਇੱਕੋ ਵੇਲੇ ਹਮਲਾ ਕਰਨ ਲਈ ਲੋੜੀਂਦੀ ਮਾਤਰਾ ਵਿੱਚ ਹਥਿਆਰ ਅਤੇ ਇਨਕਲਾਬੀ ਵਰਕਰ ਇਕੱਠੇ ਕਰਨਾ ਸੀ। ਇਸ ਸਮੱਸਿਆ ਨੂੰ ਵਿਚਾਰਨ ਲਈ ਗਦਰੀ ਆਗੂਆਂ ਨੇ 17 ਨਵੰਬਰ ਨੂੰ ਮਾਲਵੇ ਅਤੇ ਦੁਆਬੇ ਦੇ ਗਦਰੀਆਂ ਨੂੰ ਲਾਡੂਵਾਲ ਦੇ ਸਟੇਸ਼ਨ ਉੱਤੇ ਅਤੇ ਮਾਝੇ ਦੇ ਗਦਰੀਆਂ ਨੂੰ ਤਰਨ ਤਾਰਨ ਦੀ ਮੱਸਿਆ ਉੱਤੇ ਇਕੱਤਰਤ ਹੋਣ ਲਈ ਸੁਨੇਹੇ ਲਾ ਦਿੱਤੇ ਸਨ। ਮਿਥੀ ਪਲੈਨ ਮੁਤਾਬਕ ਇਹਨਾਂ ਦੋਨੋਂ ਥਾਵਾਂ 'ਤੇ ਗਦਰੀ ਵਰਕਰ ਵਿਚਾਰਾਂ ਕਰਨ ਲਈ ਇਕੱਤਰ ਹੋਏ। ਇਹਨਾਂ ਮੀਟਿੰਗਾਂ ਵਿੱਚ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਮਾਲਵੇ ਦੇ ਗਦਰੀਆਂ ਨੇ 19 ਨਵੰਬਰ ਨੂੰ ਫਿਰ ਮੋਗੇ ਮੀਟਿੰਗ ਕੀਤੀ, ਜਿੱਥੇ ਫਿਰੋਜ਼ਪੁਰ ਦੀ ਛਾਉਣੀ ਉੱਤੇ ਹਮਲਾ ਕਰਨ ਦੀ ਮੁੱਢਲੀ ਵਿਉਂਤ ਵਿਚਾਰੀ ਗਈ। ਛਾਉਣੀਆਂ ਉੱਤੇ ਬਾਹਰੋਂ ਹਮਲੇ ਦੀ ਕਾਰਵਾਈ ਵਿੱਚ ਸ਼ਾਮਿਲ ਹੋਣ ਵਾਲੇ ਵਰਕਰਾਂ ਨੂੰ ਵੱਡੀ ਗਿਣਤੀ ਵਿੱਚ ਲਾਮਬੰਦ ਕਰਨ ਦੇ ਮਕਸਦ ਨਾਲ 23 ਨਵੰਬਰ ਨੂੰ ਲੁਧਿਆਣੇ ਦੇ ਨੇੜੇ ਬੱਦੋਵਾਲ ਅਤੇ ਉਸੇ ਦਿਨ ਅੰਮ੍ਰਿਤਸਰ ਜ਼ਿਲ੍ਹੇ ਦੇ ਝਾੜ ਸਾਹਿਬ ਦੇ ਗੁਰਦੁਆਰੇ ਅੰਦਰ ਵੱਡੇ ਇਕੱਠ ਦਾ ਫੈਸਲਾ ਹੋਇਆ। ਝਾੜ ਸਾਹਿਬ ਦੇ ਗੁਰਦੁਆਰੇ ਦਾ ਗ੍ਰੰਥੀ ਗਦਰੀਆਂ ਦਾ ਦ੍ਰਿੜ ਹਮਾਇਤੀ ਸੀ। ਇਹਨਾਂ ਮੀਟਿੰਗਾਂ ਅੰਦਰ ਸਮੁੱਚੀ ਹਾਲਤ ਦਾ ਜਾਇਜ਼ਾ ਲੈਣ ਤੋਂ ਬਾਅਦ 26 ਨਵੰਬਰ ਦੀ ਰਾਤ ਨੂੰ ਦੋਨੋਂ ਛਾਉਣੀਆਂ ਉੱਤੇ ਇੱਕੋ ਸਮੇਂ ਹਮਲਾ ਕਰਨ ਦੀ ਠੋਸ ਵਿਉਂਤਬੰਦੀ ਕੀਤੀ ਗਈ ਅਤੇ ਇਸ ਪਰਥਾਏ ਵੱਖ-ਵੱਖ ਵਰਕਰਾਂ ਦੇ ਰੋਲ ਨਿਸ਼ਚਿਤ ਕੀਤੇ ਗਏ। ਬੱਦੋਵਾਲ ਦੀ ਮੀਟਿੰਗ ਵਿੱਚ ਭਾਈ ਕਰਤਾਰ ਸਿੰਘ ਸਰਾਭਾ, ਭਾਈ ਨਿਧਾਨ ਸਿੰਘ ਚੁੱਗਾ, ਪੰਡਿਤ ਕਾਸ਼ੀ ਰਾਮ, ਭਾਈ ਗਾਦਾ ਸਿੰਘ, ਭਾਈ ਈਸ਼ਰ ਸਿੰਘ ਢੁੱਡੀਕੇ, ਭਾਈ ਉੱਤਮ ਸਿੰਘ ਹਾਂਸ, ਭਾਈ ਜਗਤ ਸਿੰਘ ਬਿੰਜਲ, ਰਹਿਮਤ ਅਲੀ, ਭਾਈ ਵਰਿਆਮ ਸਿੰਘ ਅਮਲੀ ਤੋਂ ਇਲਾਵਾ ਮਾਲਵੇ ਅਤੇ ਦੁਆਬੇ ਦੇ ਹੋਰ ਬਹੁਤ ਸਾਰੇ ਪ੍ਰਮੁੱਖ ਗਦਰੀ ਸ਼ਾਮਿਲ ਹੋਏ ਸਨ। ਭਾਈ ਨਿਧਾਨ ਸਿੰਘ ਚੁੱਗਾ ਨੇ ਮੀਟਿੰਗਾਂ ਵਿੱਚ ਦੱਸਿਆ ਕਿ ਫਿਰੋਜ਼ਪੁਰ ਵਿਖੇ ਤੈਨਾਤ ਪਠਾਨਾਂ ਦੀ ਪਲਟਨ ਨੇ ਉਹਨਾਂ ਨਾਲ ਹਥਿਆਰ ਦੇਣ ਦਾ ਵਾਅਦਾ ਕੀਤਾ ਹੈ। 26 ਨਵੰਬਰ ਦੀ ਰਾਤ ਨੂੰ ਛਾਉਣੀ ਉੱਤੇ ਹਮਲਾ ਕਰਨ ਲਈ ਸਾਰੇ ਗਦਰੀ ਮਰਜੀਵੜਿਆਂ ਨੂੰ ਫਿਰੋਜ਼ਪੁਰ ਦੇ ਨੇੜੇ ਜਲਾਲਾਬਾਦ ਵਾਲੀ ਸੜਕ 'ਤੇ ਮਿੱਥੇ ਹੋਏ ਸਥਾਨ 'ਤੇ ਇਕੱਠੇ ਹੋਣ ਲਈ ਕਿਹਾ ਗਿਆ। ਝਾੜ ਸਾਹਿਬ ਦੀ ਮੀਟਿੰਗ ਵਿੱਚ 23ਵੇਂ ਰਸਾਲੇ ਦੇ ਗਦਰੀਆਂ ਦੇ ਹਮਾਇਤੀ ਸਿਪਾਹੀਆਂ ਨੂੰ ਵੀ ਸੱਦਿਆ ਗਿਆ ਸੀ।
इन्हां सिपाहियां चों बूटा सिंह नां दे एक जवान ने मीटिंग विच शामिल होण दे उद्देश नाल अपना टब्बर पिंड भेज दिता सी। लैस दफेदार भाई लक्ष्मण सिंह ने इस मंतव लई अगाऊं छुट्टी लै रखी सी। 26 ਦੀ रात ਨੂੰ ਝਾੜ ਸਾਹਿਬ ਪਹੁੰਚਣ ਬਾਰੇ ਵਿਚਾਰਾਂ ਕਰਨ ਲਈ 30-35 ਸਿਪਾਹੀ ਕੁਆਟਰਾਂ ਵਿੱਚ ਇੱਕ ਨਵੇਕਲੀ ਜਗ੍ਹਾ ਇਕੱਠੇ ਹੋਏ, ਜਿਨ੍ਹਾਂ ਵਿੱਚ ਨਾਇਕ ਵਧਾਵਾ ਸਿੰਘ ਪਿੰਡ ਢੋਟੀਆਂ ਦੇ 2 ਸਵਾਰ ਨੱਥਾ ਸਿੰਘ ਅਤੇ ਬੁੱਧ ਸਿੰਘ, ਸਵਾਰ ਇੰਦਰ ਸਿੰਘ, ਅਬਦੁੱਲਾ ਆਦਿ ਸ਼ਾਮਿਲ ਸਨ। ਸਬੱਬ ਨਾਲ ਰਸਾਲੇ ਦਾ ਗ੍ਰੰਥੀ ਮੂਲਾ ਸਿੰਘ ਵੀ ਉਸੇ ਟਾਈਮ ਕੁਆਟਰਾਂ ਵਿੱਚ ਆਪਣੇ ਕਿਸੇ ਦੋਸਤ ਦੇ ਘਰੋਂ ਆਪਣੀ ਪਤਨੀ ਨੂੰ ਬੁਲਾਉਣ ਲਈ ਗਿਆ। ਉਸਨੇ ਜਦ ਕਿੰਨੇ ਸਾਰੇ ਬੰਦੇ ਇਕੱਠੇ ਹੋਏ ਵੇਖੇ ਤਾਂ ਉਹ ਸਹਿਜ ਸੁਭਾਅ ਹੀ ਇਕੱਠ ਦਾ ਕਾਰਨ ਜਾਣਨ ਲਈ ਉਹਨਾਂ ਕੋਲ ਚਲਾ ਗਿਆ। ਉਹ 23 ਸਾਲਾਂ ਤੋਂ ਰਸਾਲੇ ਅੰਦਰ ਗ੍ਰੰਥੀ ਦੀ ਸੇਵਾ ਨਿਭਾਉਂਦਾ ਆ ਰਿਹਾ ਸੀ। ਵੈਸੇ ਤਾਂ ਉਹ ਉਹਨਾਂ ਹੀ ਪਿੰਡਾਂ ਦਾ ਸੀ ਜਿਨ੍ਹਾਂ ਚੋਂ ਰਸਾਲੇ ਦੇ ਜ਼ਿਆਦਾਤਰ ਸਿਪਾਹੀ ਸਨ, ਇਸ ਕਰਕੇ ਉਸ ਦੀ ਸਾਰਿਆਂ ਨਾਲ ਗੂੜ੍ਹੀ ਜਾਣ ਪਛਾਣ ਸੀ। ਭਾਈ ਲਛਮਣ ਸਿੰਘ ਨਾਲ ਉਸ ਦੀ ਖਾਸ ਕਰਕੇ ਵੱਧ ਆਪਣਤ ਅਤੇ ਨੇੜਤਾ ਸੀ, ਜਿਸ ਕਰਕੇ ਭਾਈ ਲਛਮਣ ਸਿੰਘ ਨੇ ਉਸ ਉੱਤੇ ਵਿਸ਼ਵਾਸ ਕਰਦਿਆਂ ਉਸ ਨੂੰ ਝਾੜ ਸਾਹਿਬ ਜਾਣ ਵਾਲੀ ਆਪਣੀ ਸਾਰੀ ਪਲੈਨ ਦੱਸ ਦਿੱਤੀ। ਮੂਲਾ ਸਿੰਘ ਦਾ ਬਾਪ ਅਤੇ ਦਾਦਾ ਵੀ ਉਸ ਵਾਂਗੂ ਫੌਜ ਅੰਦਰ ਗ੍ਰੰਥੀ ਸਨ। ਇਸ ਤਰ੍ਹਾਂ 3 ਪੁਸ਼ਤਾਂ ਤੋਂ ਅੰਗਰੇਜ਼ੀ ਹਕੂਮਤ ਦੀ ਨੌਕਰੀ ਕਰਨ ਸਦਕਾ ਗੁਲਾਮੀ ਅਤੇ ਵਫਾਦਾਰੀ ਮੂਲਾ ਸਿੰਘ ਦੇ ਖੂਨ ਵਿੱਚ ਰਚੀ ਹੋਈ ਸੀ। ਉਸ ਦਾ ਨਜ਼ਰੀਆ ਇੱਕ ਵਿਸ਼ੇਸ਼ ਤਰਜ਼ ਉੱਤੇ ਢਲ ਚੁੱਕਾ ਸੀ। ਖਾਨਦਾਨੀ ਗ੍ਰੰਥੀ ਹੋਣ ਕਰਕੇ ਉਸ ਨੂੰ ਗੱਲ ਕਰਨ ਦਾ ਤਰੀਕਾ ਅਤੇ ਸਲੀਕਾ ਆਉਂਦਾ ਸੀ, ਜਿਸ ਕਰਕੇ ਉਸ ਨੇ ਬਗਾਵਤ ਲਈ ਤਤਪਰ ਰਸਾਲੇ ਦੇ ਚੋਬਰਾਂ ਨੂੰ ਦਲੀਲਬਾਜ਼ੀ ਵਿੱਚ ਉਲਝਾ ਲਿਆ। ਅਜਿਹੇ ਮੌਕੇ ਮਨ ਦੀ ਅਵਸਥਾ ਬੜੀ ਤਰਲ ਹੁੰਦੀ ਹੈ। ਜਿਸ ਵੰਨੇ ਦਲੀਲ ਦਾ ਵਜਨ ਪੈ ਜਾਂਦਾ ਹੈ, ਮਨ ਉਸੇ ਵੰਨੇ ਝੁਕ ਜਾਂਦਾ ਹੈ। ਵੈਸੇ ਵੀ ਮਨੋਵਿਗਿਆਨੀਆਂ ਦਾ ਮਤ ਹੈ ਕਿ ਮਨੁੱਖ ਅੰਦਰ ਆਪਣੇ ਉਸਤਾਦ ਅਤੇ ਪਾਦਰੀ ਦੀ ਕਹੀ ਹੋਈ ਗੱਲ ਨਾਲ ਸਹਿਮਤ ਹੋਣ ਦੀ ਸੁਭਾਵਿਕ ਪ੍ਰਵਿਰਤੀ ਹੁੰਦੀ ਹੈ। ਸੋ ਮੂਲਾ ਸਿੰਘ ਨੇ ਰਸਾਲੇ ਦੇ ਸਿਪਾਹੀਆਂ ਨੂੰ ਆਪਣੀਆਂ ਦਲੀਲਾਂ ਨਾਲ ਨਿਢਾਲ ਕਰ ਲਿਆ ਅਤੇ ਅੰਤ ਵਿੱਚ ਉਹਨਾਂ ਨੂੰ ਸਮਝਾ ਬੁਝਾ ਕੇ ਘਰਾਂ ਨੂੰ ਤੋਰ ਦਿੱਤਾ। ਘੋੜਿਆਂ ਦੀਆਂ ਕੱਸੀਆਂ ਹੋਈਆਂ ਕਾਠੀਆਂ ਖੁੱਲ੍ਹ ਗਈਆਂ। ਮੂਲਾ ਸਿੰਘ ਤਾਂ ਆਰਾਮ ਨਾਲ ਘਰੇ ਜਾ ਕੇ ਸੌਂ ਗਿਆ ਸੀ, ਪਰ ਵਕਤੀ ਤੌਰ 'ਤੇ ਉਸ ਦੀਆਂ ਦਲੀਲਾਂ ਦਾ ਅਸਰ ਕਬੂਲ ਕਰ ਲੈਣ ਦੀ ਗਲਤੀ ਕਰ ਬੈਠੇ ਸਿਪਾਹੀ ਸਾਰੀ ਰਾਤ ਗੁਨਾਹ ਅਤੇ ਪਛਤਾਵੇ ਦੇ ਅਹਿਸਾਸ ਨਾਲ ਤੜਫਦੇ ਰਹੇ। ਉਹਨਾਂ ਦੀ ਸੁਰਤ ਝਾੜ ਸਾਹਿਬ ਤੋਂ ਪਾਸੇ ਹੋਣ ਦਾ ਨਾਂ ਨਹੀਂ ਲੈ ਰਹੀ ਸੀ। ਉਧਰ ਝਾੜ ਸਾਹਿਬ ਵਿਖੇ ਦਰਜਨਾਂ ਦੀ ਸੰਖਿਆ ਵਿੱਚ ਇਕੱਤਰਿਤ ਹੋਏ ਗਦਰੀ ਸੂਰਮੇ ਰਸਾਲੇ ਦੇ ਜਵਾਨਾਂ ਦਾ ਇੰਤਜ਼ਾਰ ਕਰ ਕਰ ਥੱਕ ਗਏ ਸਨ। ਉਹਨਾਂ ਦੇ ਕੰਨ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਸੁਣਨ ਨੂੰ ਤਰਸ ਗਏ ਸਨ। ਰਸਾਲੇ ਦੇ ਜਵਾਨਾਂ ਤੋਂ ਬਗੈਰ ਉਹ ਆਪਣੇ ਨਾਮਾਤਰ ਹਥਿਆਰਾਂ ਨਾਲ ਛਾਉਣੀ ਉੱਤੇ ਹਮਲਾ ਕਿਵੇਂ ਕਰ ਸਕਦੇ ਸਨ। ਅੰਤ ਵਿੱਚ ਥੱਕ ਹਾਰ ਕੇ ਉਹਨਾਂ ਨੂੰ ਉੱਥੋਂ ਖਿੰਡ ਜਾਣ ਦਾ ਫੈਸਲਾ ਕਰਨਾ ਪੈ ਗਿਆ। ਪਰ ਇਸੇ ਦੌਰਾਨ ਰਸਾਲੇ ਦੇ 4 ਜਵਾਨ ਸੁੱਚਾ ਸਿੰਘ, ਸੁਰੈਣ ਸਿੰਘ, ਮਹਾਰਾਜ ਸਿੰਘ ਅਤੇ ਚੰਨਣ ਸਿੰਘ ਭਾਰੀ ਜੱਕੋ ਤੱਕੀ ਤੋਂ ਬਾਅਦ ਜਦੋਂ ਅੱਧੀ ਤੋਂ ਵੱਧ ਰਾਤ ਗੁਜ਼ਰ ਗਈ, ਘੋੜਿਆਂ 'ਤੇ ਸਵਾਰ ਹੋ ਕੇ ਝਾੜ ਸਾਹਿਬ ਵੱਲ ਚੱਲ ਪਏ। ਪਰ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਗਦਰੀ ਉੱਥੋਂ ਜਾ ਚੁੱਕੇ ਸਨ। ਝਾੜ ਸਾਹਿਬ ਤੋਂ ਨਿਰਾਸ਼ ਮੁੜੇ ਗਦਰੀ ਅਗਲੀ ਰਾਤ ਕੈਰੋਂ ਦੇ ਥੇਹ ਉੱਤੇ ਫਿਰ ਇਕੱਠੇ ਹੋ ਗਏ। ਇੱਥੇ ਉਹਨਾਂ ਨਾਲ ਕੁਝ ਹੋਰ ਬੰਦੇ ਵੀ ਆ ਰਲੇ ਸਨ। ਰਸਾਲੇ ਵਾਲੇ ਜਵਾਨਾਂ ਨਾਲ ਅਜੇ ਤੱਕ ਵੀ ਉਹਨਾਂ ਦਾ ਮੇਲ ਨਹੀਂ ਹੋਇਆ ਸੀ, ਇਸ ਕਰਕੇ ਹਥਿਆਰਾਂ ਤੋਂ ਬਿਨਾਂ ਉਹ ਕੁਝ ਵੀ ਨਹੀਂ ਕਰ ਸਕਦੇ ਸਨ। ਅੰਤ ਵਿੱਚ ਸੋਚ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਅਗਲੇ ਦਿਨ ਸਰਹਾਲੀ ਦੇ ਥਾਣੇ 'ਤੇ ਹਮਲਾ ਕਰਕੇ ਉੱਥੋਂ ਹਥਿਆਰ ਲੁੱਟੇ ਜਾਣ ਅਤੇ ਫਿਰ ਲਾਹੌਰ ਦੀ ਛਾਉਣੀ 'ਤੇ ਹਮਲੇ ਬਾਰੇ ਸੋਚਿਆ ਜਾਵੇ। 28 ਨਵੰਬਰ ਨੂੰ ਗਦਰੀਆਂ ਦਾ ਇੱਕ ਤਕੜਾ ਦਲ ਇਕੱਠਾ ਹੋ ਕੇ ਸਰਹਾਲੀ ਚਲਾ ਗਿਆ, ਪਰ ਇਨਕਲਾਬੀਆਂ ਦੇ ਡਰ ਕਾਰਨ ਉਨ੍ਹੀਂ ਦਿਨੀਂ ਥਾਣਿਆਂ ਦੇ ਬੂਹੇ ਦਿਨ ਨੂੰ ਵੀ ਬੰਦ ਰੱਖੇ ਜਾਂਦੇ ਸਨ। ਗਦਰੀਆਂ ਨੇ ਸੋਚਿਆ ਕਿ ਦਦੇਹਰ ਪਿੰਡ ਦੇ ਇੱਕ ਬਦਮਾਸ਼, ਜਿਸ ਨੂੰ ਸਰਹਾਲੀ ਥਾਣੇ ਦਾ ਅਮਲਾ ਫਲਾ ਚੰਗੀ ਤਰ੍ਹਾਂ ਜਾਣਦਾ ਅਤੇ ਪਛਾਣਦਾ ਸੀ, ਦੀ ਮਦਦ ਨਾਲ ਥਾਣੇ ਦਾ ਬੂਹਾ ਖੁਲਵਾਇਆ ਜਾਵੇ। ਪਰ ਮਾੜੀ ਕਿਸਮਤ ਨੂੰ ਉਹ ਬਦਮਾਸ਼ ਕਿਤੇ ਵਾਂਢੇ ਗਿਆ ਹੋਇਆ ਸੀ। ਗਦਰੀ ਥਾਣੇ ਦੇ ਨੇੜੇ ਲੁਕ ਕੇ ਬੈਠ ਗਏ ਅਤੇ ਸਾਰਾ ਦਿਨ ਬੂਹਾ ਖੁੱਲ੍ਹਣ ਦੀ ਉਡੀਕ ਕਰਦੇ ਰਹੇ, ਪਰ ਬੂਹਾ ਨਾ ਖੁੱਲ੍ਹਿਆ। ਅੰਤ ਵਿੱਚ ਹਾਰ ਹੰਭ ਕੇ ਗਦਰੀ
इधर उधर खिंड गए। रसाले दे ਜਿਹੜੇ 4 ਸਵਾਰ ਝਾੜ ਸਾਹਿਬ पहुँच गए सन, उन्हां नूं जदों उत्थों कोई गदरी ना मिलिया ਤਾਂ उन्हां चों एक तां उसे वेले वापस चला गया ਅਤੇ दिन चढ़न तो पहलां ही हाज़र हो गया, जिस करके उस दा तां अफसरां नूं पता ही ना ਚੱਲਿਆ। पर 3 ਸਵਾਰਾਂ ਦੇ ਭਗੌੜੇ हो जाण ਦਾ रौला पै गया। ਝਾੜ ਸਾਹਿਬ ਦੀ ਮੀਟਿੰਗ ਦੀ भी उड़दी खबर फैल गई, जिस करके अगले दिन डिप्टी कमिश्नर ने पठाणा ਅਤੇ गोरखियां ਦੀਆਂ 2-2 ਤੁਰਪਾਂ रसाले तो भगौड़े होए सवारां ਦੀ तलाश ਵਿੱਚ ਸਰਹਾਲੀ ਦੇ इलाके ਦੀ गश्त ਕਰਨ ਲਈ ਭੇਜ ਦਿੱਤੀਆਂ। ਸਵਾਰ ਗਦਰੀਆਂ ਨਾਲ ਸੰਪਰਕ ਕਰਨ ਦੇ ਚੱਕਰਾਂ ਵਿੱਚ ਝਾੜ ਸਾਹਿਬ ਦੇ ਇਰਦ ਗਿਰਦ ਆਵਾਗਾਉਣ ਗੇੜੇ ਕੱਢਦੇ ਰਹੇ। ਇਸੇ ਤਰ੍ਹਾਂ ਫਿਰਦੇ ਉਹ ਪੁਲਿਸ ਦੇ ਕਾਬੂ ਆ ਗਏ, पर गिरफ्तारी तो बाद पुलिस ਵੱਲੋਂ ਕੀਤੀ ਪੁੱਛਗਿੱਛ ਦੌਰਾਨ उन्हां ने कोई भेद जाहिर ना ਕੀਤਾ। उधर ग्रंथी मूला सिंह ने भी रात वाली मीटिंग की घटना बारे अफसरां नूं कोई इतला ना दित्ती, जिस करके सारी गल ढकी रह गई सी। नोट 2 वादा मुआफ गवाह नवाब सिंह हलवारा ਅਤੇ ਜਵਾਲਾ ਸਿੰਘ ਪਿੰਡ ਗੁਰੂਸਰ ਠਾਣਾ ਕੋਟ ਭਾਈ ने अदालत सामने गवाही दिंदियां कहा सी कि करतार सिंह सराभा ने 25 नवंबर ਦੀ ਰਾਤ ਨੂੰ ਮਾਲਵੇ ਦੇ ਕੁਝ ਗਦਰੀਆਂ ਦੀ ਮਦਦ ਨਾਲ ਮੀਆਂ ਮੀਰ ਦੀ ਛਾਉਣੀ ਉੱਤੇ ਹਮਲਾ ਕਰਨ ਦੀ ਵਿਉਂਤ ਬਣਾਈ ਸੀ। ਉਸ ਅਨੁਸਾਰ ਮੀਆਂ ਮੀਰ ਦੀ ਛਾਉਣੀ ਵਿੱਚ ਤੈਨਾਤ ਇੱਕ ਹੌਲਦਾਰ, ਜਿਸ ਦੀ ਮੈਗਜ਼ੀਨ ਉੱਤੇ ਡਿਊਟੀ ਸੀ, ਦੀ ਮੌਕੇ ਤੇ ਬਦਲੀ ਹੋ ਜਾਣ ਕਰਕੇ ਹਮਲਾ ਕਰਨ ਦੀ ਵਿਉਂਤ ਨੇਪਰੇ ਨਾ ਜੜ ਸਕੀ। ਸਰਾਭੇ ਦੀ ਇਸ ਹੌਲਦਾਰ ਨਾਲ ਜਾਣ ਪਛਾਣ ਰੇਲ ਦੇ ਸਫ਼ਰ ਦੌਰਾਨ ਹੀ ਹੋਈ ਸੀ। ਸਰਾਭਾ ਰੇਲ ਗੱਡੀ ਵਿੱਚ ਲੁਧਿਆਣੇ ਤੋਂ ਜਲੰਧਰ ਨੂੰ ਜਾ ਰਿਹਾ ਸੀ ਅਤੇ ਉਹ ਆਪਣੇ ਸੁਭਾਅ ਮੁਤਾਬਿਕ ਉਸ ਦੇ ਨਾਲ ਵਾਲੀ ਸੀਟ ਉੱਤੇ ਬੈਠੇ ਹੌਲਦਾਰ, ਜਿਹੜਾ ਫੌਜੀ ਵਰਦੀ ਵਿੱਚ ਸੀ, ਨਾਲ ਗੱਲੀ ਪੈ ਗਿਆ। ਜਲੰਧਰ ਤੱਕ ਜਾਂਦਿਆਂ ਹੌਲਦਾਰ ਸਰਾਭੇ ਦਾ ਮਰੀਦ ਬਣ ਗਿਆ ਅਤੇ ਉਸਨੇ ਸਰਾਭੇ ਨਾਲ ਇਹ ਵਾਅਦਾ ਕਰ ਲਿਆ ਕਿ ਉਹ ਜਦੋਂ ਚਾਹੇ ਉਸ ਕੋਲੋਂ ਮੈਗਜ਼ੀਨ ਦੀਆਂ ਚਾਬੀਆਂ ਲੈ ਕੇ ਹਥਿਆਰ ਲੁੱਟਣ ਦਾ ਪ੍ਰੋਗਰਾਮ ਬਣਾ ਸਕਦਾ ਸੀ। ਨਵਾਬ ਖਾਨ ਵੱਲੋਂ ਦੱਸੀ ਇਹ ਕਹਾਣੀ ਅੱਧੀ ਸੱਚੀ ਅਤੇ ਅੱਧੀ ਝੂਠੀ ਜਾਪਦੀ ਹੈ। ਸਰਾਭੇ ਦਾ ਕਹਾਣੀ ਵਿੱਚ ਹੌਲਦਾਰ ਨਾਲ ਮਿਲਣੀ ਵਾਲਾ ਹਿੱਸਾ ਤਾਂ ਸੱਚਾ ਲੱਗਦਾ ਹੈ, ਪਰ 25 ਨਵੰਬਰ ਨੂੰ ਮੀਆਂ ਮੀਰ ਉੱਤੇ ਹਮਲਾ ਕਰਨ ਦੇ ਅਸਫਲ ਯਤਨ ਵਾਲਾ ਸਾਰਾ ਕਿੱਸਾ ਵਾਦਾ ਮੁਆਫ ਗਵਾਹਾਂ ਵੱਲੋਂ ਪੁਲਿਸ ਦੇ ਕਹਿਣ ਤੇ ਘੜਿਆ ਲੱਗਦਾ ਹੈ, ਜਿਸ ਦਾ ਮੰਤਵ ਗਦਰੀਆਂ ਵਿਰੁੱਧ ਮੁਕੱਦਮੇ ਨੂੰ ਵਧੇਰੇ ਮਜ਼ਬੂਤ ਕਰਨਾ ਸੀ, ਕਿਉਂਕਿ ਸਭ ਤੋਂ ਅਹਿਮ ਗੱਲ ਇਹ ਕਿ ਮੀਆਂ ਮੀਰ ਅਤੇ ਫਿਰੋਜ਼ਪੁਰ ਉੱਤੇ ਹਮਲਾ ਕਰਨ ਲਈ 26 ਨਵੰਬਰ ਦੀ ਤਰੀਕ ਮਿੱਥੀ ਜਾ ਚੁੱਕੀ ਸੀ ਅਤੇ ਇਸ ਮੰਤਵ ਲਈ 26 ਦੀ ਰਾਤ ਨੂੰ ਝਾੜ ਸਾਹਿਬ ਅਤੇ ਫਿਰੋਜ਼ਪੁਰ ਵਿਖੇ ਵੱਡੇ ਇਕੱਠ ਬੁਲਾਏ ਗਏ ਸਨ, ਤਾਂ 25 ਨਵੰਬਰ ਨੂੰ ਮੀਆਂ ਮੀਰ ਉੱਤੇ ਹਮਲਾ ਕਰਨ ਦੀ ਵਿਉਂਤ ਦੀ ਕੋਈ ਵੀ ਤੁਕ ਨਜ਼ਰ ਨਹੀਂ ਆਉਂਦੀ। ਦੂਜੀ ਗੱਲ, ਗਵਾਹਾਂ ਨੇ ਇਸ ਹਮਲੇ ਦੀ ਵਿਉਂਤ ਵਿੱਚ ਸ਼ਾਮਿਲ ਹੋਏ ਜਿਹੜੇ ਗਦਰੀਆਂ ਦੇ ਨਾਂ ਗਿਣਾਏ ਹਨ, ਉਹਨਾਂ ਵਿੱਚ ਮਾਝੇ ਦੇ ਕਿਸੇ ਵੀ ਅਹਿਮ ਗਦਰੀ ਦਾ ਨਾਂ ਨਹੀਂ ਆਉਂਦਾ। ਖਾਸ ਕਰਕੇ ਮੀਆਂ ਮੀਰ ਦੀ ਛਾਉਣੀ ਤੇ ਹਮਲੇ ਕਰਨ ਵਾਲਿਆਂ ਵਿੱਚ ਭਾਈ ਪ੍ਰੇਮ ਸਿੰਘ ਸੁਰਸੰਘੀਆ ਸ਼ਾਮਿਲ ਨਾ ਹੋਵੇ, ਇਹ ਗੱਲ ਉੱਕਾ ਹੀ ਮੰਨਣ ਵਿੱਚ ਨਹੀਂ ਆਉਂਦੀ। ਤੀਜੀ ਗੱਲ, ਸਾਰੀ ਕਹਾਣੀ ਵਿੱਚ 23ਵੇਂ ਰਸਾਲੇ ਦਾ ਕੋਈ ਜ਼ਿਕਰ ਨਹੀਂ ਹੈ। ਆਖਰੀ ਗੱਲ, ਇਹਨਾਂ 2 ਵਾਦਾ ਮੁਆਫ ਗਵਾਹਾਂ ਦੀ ਗਵਾਹੀ ਤੋਂ ਛੁੱਟ ਇਸ ਦੀ ਹੋਰ ਕਿਸੇ ਵੀ ਸੋਮੇ ਤੋਂ ਪੁਸ਼ਟੀ ਨਹੀਂ ਹੁੰਦੀ। ਇਸ ਸਮੁੱਚੇ ਪ੍ਰਸੰਗ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਸਰਕਾਰੀ ਦਸਤਾਵੇਜ਼ਾਂ ਦੀ ਵਰਤੋਂ ਬਹੁਤ ਹੀ ਇਹਤਿਆਤ ਨਾਲ ਕਰਨੀ ਚਾਹੀਦੀ ਹੈ। ਇਹਨਾਂ ਵਿੱਚ ਬਹੁਤ ਸਾਰਾ ਝੂਠ ਸੱਚ ਗੁੰਨਿਆ ਹੁੰਦਾ ਹੈ। ਹਥਲੀ ਲਿਖਤ ਦੇ ਲੇਖਕ ਕੋਲੋਂ ਵੀ ਗਦਰੀ ਬਾਬੇ ਕੌਣ ਸਨ ਨਾਮੀ ਕਿਤਾਬ ਲਿਖਣ ਵੇਲੇ ਅਣਜਾਣਪੁਣੇ ਕਾਰਨ ਇਸ ਕਿਸਮ ਦੀਆਂ ਕੁਝ ਇਕਾਈਆਂ ਹੋ ਗਈਆਂ ਸਨ। ਫੇਰੂ ਸ਼ਹਿਰ ਦੀ ਦੁਖਦਾਈ ਘਟਨਾ। ਤੈਅਸ਼ੁਦਾ ਪ੍ਰੋਗਰਾਮ ਅਨੁਸਾਰ ਮਾਲਵੇ ਦੁਆਬੇ ਦੇ ਗਦਰੀ 26 ਨਵੰਬਰ ਦੀ ਰਾਤ ਨੂੰ ਵੱਡੀ ਗਿਣਤੀ ਵਿੱਚ ਫਿਰੋਜ਼ਪੁਰ ਤੋਂ ਬਾਹਰ ਮਿੱਥੇ ਸਥਾਨ ਤੇ ਇਕੱਤਰਿਤ ਹੋਏ। ਉਹ ਲਾਹੌਰ ਛਾਉਣੀ ਉੱਤੇ ਹੋਣ ਵਾਲੇ ਹਮਲੇ ਬਾਰੇ ਸੁਨੇਹੇ ਦੀ ਉਡੀਕ ਕਰ ਰਹੇ ਸਨ। ਜਦੋਂ ਉਹਨਾਂ ਨੂੰ ਉੱਥੋਂ ਮਾੜਾ ਸੁਨੇਹਾ ਮਿਲਿਆ ਤਾਂ ਉਹ ਸੋਚੀ ਪੈ ਗਏ। ਇਸੇ ਦੌਰਾਨ ਬਾਬਾ ਨਿਧਾਨ ਸਿੰਘ ਚੁੱਗਾ ਨੇ ਦੱਸਿਆ ਕਿ ਫਿਰੋਜ਼ਪੁਰ ਦੀ ਇੱਕ ਪਠਾਨ ਰੈਜੀਮੈਂਟ ਨੇ ਉਹਨਾਂ ਨਾਲ 30 ਨਵੰਬਰ ਨੂੰ ਹਥਿਆਰ ਦੇਣ ਦਾ ਵਾਅਦਾ ਕੀਤਾ ਹੈ। ਇਸ ਕਰਕੇ ਉਹਨਾਂ ਸੋਚਿਆ ਕਿ ਹਥਿਆਰਾਂ ਦੇ ਮਿਲਣ ਉਪਰੰਤ ਹੀ ਹਮਲੇ ਦੀ ਨਵੀਂ ਤਰੀਕ ਬਾਰੇ ਫੈਸਲਾ ਕਰਨਾ ਬਿਹਤਰ ਹੋਵੇਗਾ। ਇਸ ਤਰ੍ਹਾਂ ਝਾੜ ਸਾਹਿਬ ਵਿਖੇ ਇਕੱਤਰਿਤ ਹੋਏ ਗਦਰੀਆਂ ਵਾਂਗ ਹੀ ਇਹਨਾਂ ਇਨਕਲਾਬੀਆਂ ਨੇ ਵੀ ਉੱਥੋਂ ਖਿੰਡ ਜਾਣ ਦਾ ਫੈਸਲਾ ਕਰ ਲਿਆ।
ਅਗਲੇ ਦਿਨ 27 ਨਵੰਬਰ ਨੂੰ ਬਾਬਾ ਨਿਧਾਨ ਸਿੰਘ ਚੁੱਗਾ ਅਤੇ ਕਰਤਾਰ ਸਿੰਘ ਸਰਾਭਾ ਸਮੇਤ ਬਹੁਤ ਸਾਰੇ ਗਦਰੀ ਵਾਪਸ ਮੋਗੇ ਅਤੇ ਲੁਧਿਆਣੇ ਜਾਣ ਲਈ ਤੜਕਸਾਰ ਰੇਲ ਗੱਡੀ ਵਿੱਚ ਚੜ੍ਹ ਗਏ। 1.5 ਦਰਜਨ ਦੇ ਕਰੀਬ ਜਿਹੜੇ ਗਦਰੀ ਕਿਸੇ ਕਾਰਨ ਗੱਡੀ ਚੜ੍ਹਨੋਂ ਖੁੰਝ ਗਏ ਸਨ, ਉਹਨਾਂ ਨੇ ਮੋਗੇ ਜਾਣ ਲਈ 3-4 ਟਾਂਗੇ ਕਰ ਲਏ। ਉਹਨਾਂ ਨੇ ਮਨ ਬਣਾ ਲਿਆ ਸੀ ਕਿ 2-3 ਦਿਨ ਵਿਹਲੇ ਇੱਧਰ ਉੱਧਰ ਫਿਰਨ ਦੀ ਬਜਾਏ ਮੋਗੇ ਜਾ ਕੇ ਸਰਕਾਰੀ ਖਜ਼ਾਨਾ ਲੁੱਟਣ ਦਾ ਯਤਨ ਕੀਤਾ ਜਾਵੇ। ਬਦਕਿਸਮਤੀ ਨਾਲ ਉਸੇ ਦਿਨ ਫਿਰੋਜ਼ਪੁਰ ਜ਼ਿਲ੍ਹੇ ਦੀ ਪੁਲਿਸ ਦੇ ਕਪਤਾਨ ਨੇ ਉਸ ਇਲਾਕੇ ਦਾ ਦੌਰਾ ਰੱਖਿਆ ਹੋਇਆ ਸੀ, ਜਿਸ ਕਰਕੇ ਫੇਰੂ ਸ਼ਹਿਰ ਲਾਗੇ ਨਹਿਰ ਅਤੇ ਮਿਸਰੀ ਵਾਲੇ ਦੇ ਪੁਲ ਉੱਤੇ ਇਲਾਕੇ ਦਾ ਥਾਣੇਦਾਰ ਬਿਸ਼ਾਰਤ ਅਲੀ ਪੁਲਿਸ ਦੇ ਦਸਤੇ ਸਮੇਤ ਪਹਿਰਾ ਦੇ ਰਿਹਾ ਸੀ। ਦਸਤੂਰ ਮੁਤਾਬਕ ਇਲਾਕੇ ਦਾ ਜੈਲਦਾਰ ਜਵਾਲਾ ਸਿੰਘ, ਨੰਬਰਦਾਰ ਅਤੇ ਹੋਰ ਮੋਹਤਬਾਰ ਵਿਅਕਤੀ ਵੀ ਮੌਕੇ ਤੇ ਹਾਜ਼ਰ ਸਨ। ਜੈਲਦਾਰ ਨੇ ਜਦੋਂ 3-4 ਟਾਂਗੇ ਇਕੱਠੇ ਆਉਂਦੇ ਵੇਖੇ ਤਾਂ ਉਸਨੂੰ ਟਾਂਗਿਆਂ ਵਿੱਚ ਸਵਾਰ ਲੋਕ ਕੁਝ ਓਪਰੇ ਜਿਹੇ ਲੱਗੇ। ਉਸ ਦੇ ਕਹਿਣ ਤੇ ਪੁਲਿਸ ਨੇ ਟਾਂਗੇ ਡੱਕ ਲਏ ਅਤੇ ਸਵਾਰੀਆਂ ਨੂੰ ਹੇਠਾਂ ਉਤਰਨ ਦਾ ਹੁਕਮ ਦਿੱਤਾ। ਥਾਣੇਦਾਰ ਨੇ ਆਦਤਨ ਖਰਵੇਂ ਅੰਦਾਜ਼ ਵਿੱਚ ਸਵਾਰੀਆਂ ਕੋਲੋਂ ਪੁੱਛ-ਗਿੱਛ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਕਿਸੇ ਗੱਲੋਂ ਭਾਈ ਰਹਿਮਤ ਅਲੀ ਨੂੰ ਬੇਵਕੂਫੀ ਨਾਲ ਲਫੜ ਮਾਰ ਦਿੱਤਾ। ਇਸ ਨਾਲ ਗਦਰੀਆਂ ਦਾ ਸਵੈ-ਮਾਣ ਅਜਿਹਾ ਜ਼ਖਮੀ ਹੋਇਆ ਕਿ ਭਾਈ ਗਾਧਾ ਸਿੰਘ ਨੇ ਡੱਬ ਵਿੱਚੋਂ ਪਿਸਤੌਲ ਕੱਢ ਕੇ ਥਾਣੇਦਾਰ ਦੇ ਸਿਰ ਵਿੱਚ ਦੀ ਗੋਲੀ ਲੰਘਾ ਦਿੱਤੀ। ਜੈਲਦਾਰ ਥਾਣੇਦਾਰ ਦਾ ਬਚਾਅ ਕਰਨ ਲਈ ਅੱਗੇ ਵਧਿਆ ਤਾਂ ਗਾਧਾ ਸਿੰਘ ਨੇ ਲੱਗਦੇ ਹੱਥ ਦੂਜੀ ਗੋਲੀ ਉਸ ਦੇ ਹੈਂਕੜ ਨਾਲ ਫੁੱਲੀ ਹਿੱਕ ਵਿੱਚ ਠੋਕ ਦਿੱਤੀ। ਜੈਲਦਾਰ ਥਾਂਏਂ ਢੇਰੀ ਹੋ ਗਿਆ। ਉਸ ਦੇ ਮੂੰਹੋਂ ਹਾਏ ਵੀ ਨਾ ਨਿਕਲ ਸਕੀ। ਇਸ ਤਰ੍ਹਾਂ ਅੱਖ ਦੇ ਪਲਕਾਰੇ ਵਿੱਚ ਹੀ ਨਹਿਰ ਦੇ ਪੁਲ ਉੱਤੇ ਵੱਡਾ ਸਾਕਾ ਵਾਪਰ ਗਿਆ। ਅੰਗਰੇਜ਼ ਹਕੂਮਤ ਦੇ 2 ਬਾਵਕਾਰ ਪੁਰਜਿਆਂ ਦੇ ਕਤਲ ਨੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ। ਕਪਤਾਨ ਨੇ ਫੁਰਤੀ ਨਾਲ ਪੁਲਿਸ ਦੀ ਹੋਰ ਕੁਮਕ ਬੁਲਾ ਲਈ। ਸਰਕਾਰੀ ਪਿੱਠੂਆਂ ਨੇ ਲੋਕਾਂ ਦਾ ਹਜੂਮ ਇਕੱਠਾ ਕਰ ਲਿਆ। ਬਹੁਤ ਸਾਰੇ ਗਦਰੀ ਤਾਂ ਮੌਕਾ ਤਾੜ ਕੇ ਇੱਧਰ ਉੱਧਰ ਖਿਸਕ ਜਾਣ ਵਿੱਚ ਕਾਮਯਾਬ ਹੋ ਗਏ, ਪਰ 10 ਇਨਕਲਾਬੀ ਲੁਕਣ ਦੀ ਮਨਸ਼ਾ ਨਾਲ ਲੋਕਾਂ ਦੀਆਂ ਨਜ਼ਰਾਂ ਦੇ ਸਾਹਮਣੇ ਹੀ ਨਹਿਰ ਦੇ ਕੰਢੇ ਸੰਘਣੇ ਸਰਕੰਡਿਆਂ ਵਿੱਚ ਜਾ ਵੜੇ। ਪੁਲਿਸ ਨੇ ਲੋਕਾਂ ਦੀ ਮਦਦ ਨਾਲ ਸਰਕੰਡਿਆਂ ਦੁਆਲੇ ਘੇਰਾ ਘੱਤ ਲਿਆ ਅਤੇ ਇਨਕਲਾਬੀਆਂ ਨੂੰ ਬਾਹਰ ਨਿਕਲਣ ਲਈ ਲਲਕਾਰਿਆ। ਗਦਰੀਆਂ ਨੇ ਅੱਗੋਂ ਗੋਲੀਆਂ ਚਲਾ ਦਿੱਤੀਆਂ, ਪਰ ਉਹਨਾਂ ਕੋਲ ਸਿਰਫ ਕੁਝ ਕੁ ਪਿਸਤੌਲ ਹੀ ਸਨ, ਜਿਹੜੇ ਪੁਲਿਸ ਦੀਆਂ ਰਾਈਫਲਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਸਨ। ਪਰ ਫਿਰ ਵੀ ਇਨਕਲਾਬੀਆਂ ਨੇ ਬਾਹਰ ਨਿਕਲਣ ਤੋਂ ਇਨਕਾਰ ਕਰ ਦਿੱਤਾ ਅਤੇ ਬਾਕੀ ਚਿਰ ਆਪਣੇ ਵਿੱਤ ਮੁਤਾਬਿਕ ਮੁਕਾਬਲਾ ਕਰਦੇ ਰਹੇ। ਪੁਲਿਸ ਨੇ ਹੋਰ ਕੋਈ ਵਾਹ ਨਾ ਚੱਲਦੀ ਵੇਖ ਕੇ ਸਰਕੰਡਿਆਂ ਨੂੰ ਅੱਗ ਲਾ ਦਿੱਤੀ, ਜਿਸ ਨਾਲ ਗਦਰੀਆਂ ਨੂੰ ਬਾਹਰ ਨਿਕਲਣ ਲਈ ਮਜਬੂਰ ਹੋਣਾ ਪੈ ਗਿਆ। ਇਸ ਤਰ੍ਹਾਂ 2 ਗਦਰੀ ਧਿਆਨ ਸਿੰਘ ਅਤੇ ਚੰਦਾ ਸਿੰਘ ਵੜੈਚ ਤਾਂ ਸਰਕੰਡਿਆਂ ਵਿੱਚ ਪੁਲਿਸ ਦੀਆਂ ਗੋਲੀਆਂ ਨਾਲ ਮਰੇ ਹੋਏ ਹੀ ਮਿਲੇ, ਪਰ 7 ਜਣੇ ਜਿਉਂਦਾ ਫੜ ਲਏ ਗਏ, ਜਿਨ੍ਹਾਂ ਵਿੱਚ ਪੰਡਿਤ ਕਾਸ਼ੀ ਰਾਮ, ਭਾਈ ਜੀਵਨ ਸਿੰਘ ਦੌਲੇ ਸਿੰਘ ਵਾਲਾ, ਭਾਈ ਰਹਿਮਤ ਅਲੀ ਵਜੀਦ ਕੇ, ਭਾਈ ਲਾਲ ਸਿੰਘ ਸਾਹਿਬਿਆਣਾ, ਭਾਈ ਜਗਤ ਸਿੰਘ ਬਿੰਜਲ ਅਤੇ ਭਾਈ ਬਖਸ਼ੀਸ਼ ਸਿੰਘ ਖਾਨਪੁਰ ਸ਼ਾਮਿਲ ਸਨ। ਭਾਈ ਗਾਧਾ ਸਿੰਘ ਕਿਸੇ ਸੰਘਣੇ ਦਰਖਤ ਉੱਤੇ ਚੜ੍ਹ ਗਏ ਸਨ ਅਤੇ ਪੁਲਿਸ ਦੀਆਂ ਨਜ਼ਰਾਂ ਤੋਂ ਬਚ ਗਏ ਸਨ। ਮੌਕੇ ਤੇ ਗ੍ਰਿਫਤਾਰ ਕੀਤੇ ਗਏ 7 ਹੀ ਇਨਕਲਾਬੀਆਂ ਉੱਤੇ ਕਾਹਲੀ ਨਾਲ ਮੁਕੱਦਮਾ ਚਲਾ ਕੇ ਛੇਤੀ ਹੀ ਫਾਂਸੀ ਚਾੜ੍ਹ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਪੰਡਿਤ ਕਾਸ਼ੀ ਰਾਮ ਦੀ ਗ੍ਰਿਫਤਾਰੀ ਤੋਂ ਬਾਅਦ ਭਾਈ ਕਰਤਾਰ ਸਿੰਘ ਸਰਾਭਾ ਉਸ ਦੇ ਪਰਿਵਾਰ ਨੂੰ ਦਿਲਾਸਾ ਦੇਣ ਅਤੇ ਪਿੰਡ ਦੇ ਲੋਕਾਂ ਨੂੰ ਕਾਸ਼ੀ ਰਾਮ ਦੇ ਆਦਰਸ਼ਾਂ ਤੋਂ ਜਾਣੂ ਕਰਾਉਣ ਲਈ ਇੱਕ ਦਿਨ ਉਸ ਦੇ ਘਰ ਗਿਆ ਅਤੇ ਉਸ ਦੇ ਮਾਤਾ-ਪਿਤਾ ਨਾਲ ਕਾਫੀ ਚਿਰ ਗੱਲਾਂ ਬਾਤਾਂ ਕੀਤੀਆਂ ਸਨ। ਮਡੌਲੀ ਪਿੰਡ ਦੇ ਪੰਡਿਤ ਸ਼ਾਦੀ ਰਾਮ ਨੇ ਲਗਭਗ 60 ਸਾਲਾਂ ਬਾਅਦ ਪੰਡਿਤ ਕਾਸ਼ੀ ਰਾਮ ਦੀ ਜੀਵਨੀ ਲਿਖਣ ਦੇ ਮੰਤਵ ਨਾਲ ਉਸ ਦੇ ਪਿੰਡ ਪਹੁੰਚ ਕੇ HS ਦਿਲਗੀਰ ਨਾਲ ਉਸ ਵੇਲੇ ਦੀ ਗੱਲ ਕਰਦਿਆਂ ਦੱਸਿਆ ਕਿ ਕਾਸ਼ੀ ਰਾਮ ਦੇ ਕੈਦ ਹੋ ਜਾਣ ਮਗਰੋਂ ਇੱਕ ਦਿਨ ਕਰਤਾਰ ਸਿੰਘ ਸਰਾਭਾ ਆਪਣੇ 2-3 ਹੋਰ ਸਾਥੀਆਂ ਨਾਲ ਇੱਥੇ ਆਇਆ। ਸਾਰੇ ਪਿੰਡ ਦੇ ਲੋਕਾਂ ਨੂੰ ਇਕੱਠਾ ਕਰਕੇ ਉਸਨੇ ਲੈਕਚਰ ਦਿੱਤਾ। ਉਸਨੇ ਕਿਹਾ ਕਿ ਇਸ ਪਿੰਡ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਪੰਡਿਤ ਕਾਸ਼ੀ ਰਾਮ ਜੈਸਾ ਦੇਸ਼ ਭਗਤ ਇੱਥੇ ਪੈਦਾ ਹੋਇਆ। ਸਾਨੂੰ ਉਸ ਦਿਨ ਪਹਿਲੀ ਵਾਰ ਪਤਾ ਲੱਗਾ ਕਿ ਕਾਸ਼ੀ ਰਾਮ ਦੇਸ਼ ਆਜ਼ਾਦ ਕਰਾਉਣ ਵਾਸਤੇ ਅੰਗਰੇਜ਼ਾਂ ਨਾਲ ਲੜ ਰਿਹਾ ਸੀ। ਸਰਾਭਾ ਨੇ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਦੱਸਿਆ ਕਿ ਉਹ ਸਾਰੇ ਜਣੇ ਅੰਗਰੇਜ਼ਾਂ ਨੂੰ ਕੱਢ ਕੇ ਹੀ ਸਾਹ ਲੈਣਗੇ ਅਤੇ ਕਾਸ਼ੀ ਰਾਮ ਦੇਸ਼ ਵਾਸਤੇ ਹੀ ਜਾਨ ਦੀ ਬਾਜੀ ਲਾ ਰਿਹਾ ਹੈ। ਅਸੀਂ ਉਸ ਵੇਲੇ ਛੋਟੀ ਉਮਰ ਦੇ ਸੀ। ਸਾਡੇ ਉੱਤੇ ਸਰਾਭੇ ਦੇ ਲੈਕਚਰ ਦਾ ਬੜਾ ਅਸਰ ਹੋਇਆ। ਸਰਾਭੇ ਨੇ ਉਸ ਵੇਲੇ ਖਾਕੀ ਕੱਪੜੇ ਪਾਏ ਹੋਏ ਸਨ।
इस तरह पार्टी ਵੱਲੋਂ थोड़ी काहल ਵਿੱਚ ਅਤੇ ਕੱਚੇ ਪੈਰੀ बगावत ਕਰਨ ਦੇ ਯਤਨ बड़े नुकसानदेह साबित होए। बहुत ही नाजुक मौके ते पंडित काशीराम वर्गे होनहार आगू समेत 8 होर धड़ल्लेदार इनकलाबियां दीयां कीमती जानां अजाइयां चलियां गईयां। उदों तक अंग्रेज सरकार नूं गदरी खतरे दी गंभीरता दा पूरा अहसास नहीं होया सी, पर मिसरी वाले दे पुल ते वापरे खूनी साके ने सरकार नूं इकदम चकन्ने कर दिता, जिस नाल गदरी इनकलाबियां दीयां मुश्किलां होर वध गईयां सन। गदर पार्टी की थां होर पार्टी हुंदी तां इस झटके नाल बुरी तरह मधोली जानी सी। लहर दियां सफ़ां अंदर दिलगीरी छा जानी ही सी अते आगूआं ने होए नुकसान लई एक दूजे नूं कोसना शुरू कर देना सी, जिस नाल पार्टी अंदर आपसी बेइतफाकी, दूषणबाजी अते टुट भज दा कुलैणा अमल छिड़ पैना सी। पर गदरी खास मिट्टी दे बने होए सन, उन्हां दे जिगर फौलाद दे सन। उन्हां ने मुश्किलां अते शहादतां दा राह किसे वक्ती जोश उबाले चों नहीं चुणिया सी। ਉਹ आत्मिक तौर ते जागरूक होए लोग सन, ਜਿਹੜੇ दुनिया दे कुल डरां अते लालचां तो सुरखरू हो चुके सन। उन्हां दीयां आत्मावां निर्मल हो गईयां सन, दृष्टि शुद्ध हो गई सी, जिस करके उन्हां दा दुखां अते सुखां अते जित्तां अते हारां बारे नज़रिया बिल्कुल बदल गया सी। ਉਹ गुरमत दे प्रेमी अते गुरबाणी दे रसईए सन। उन्हां अंदर भाणे विच रहण दी निष्ठा पैदा हो गई सी, पर मुश्किल तो मुश्किल घड़ी विच भी चढ़दी कला विच रहण दे अभ्यासी बन गए सन। ਐਡੀ ਵੱਡੀ ਸੱਟ ਅਤੇ ਪਛਾੜ ਤੋਂ ਬਾਅਦ ਵੀ ਉਹਨਾਂ ਨੇ ਹੌਸਲੇ ਨਹੀਂ ਛੱਡੇ ਸਨ। ਉਹਨਾਂ ਨੇ ਇਸ ਤੋਂ ਸਬਕ ਲੈ ਕੇ ਆਪਣੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਨ ਅਤੇ ਅਗਲੇ ਕਦਮ ਵੱਧ ਤਿਆਰੀ ਅਤੇ ਮਜ਼ਬੂਤੀ ਨਾਲ ਪੁੱਟਣ ਦਾ ਨਿਰਣਾ ਕਰ ਲਿਆ ਸੀ। ਝਾੜ ਸਾਹਿਬ ਵਿਖੇ ਦਿਲ ਤੋੜ ਦੇਣ ਵਾਲੀ ਨਿਰਾਸ਼ਾ ਅਤੇ ਮਿਸਰੀ ਵਾਲੇ ਦੇ ਪੁਲ ਤੇ ਵਾਪਰੀ ਤਰਾਸਦਿਕ ਘਟਨਾ ਦੇ 2 ਦਿਨਾਂ ਬਾਅਦ 30 ਨਵੰਬਰ ਨੂੰ ਭਾਈ ਕਰਤਾਰ ਸਿੰਘ ਸਰਾਭਾ ਦੀ ਸਚਿੰਦਰ ਨਾਥ ਸਨਿਆਲ ਨਾਲ ਪਲੇਠੀ ਮਿਲਣੀ ਹੋਈ ਸੀ। ਉਹਨਾਂ ਨੇ ਜਲੰਧਰ ਵਿਖੇ ਲੰਮੀ ਗੱਲਬਾਤ ਕੀਤੀ ਸੀ, ਪਰ ਉਸ ਸਮੁੱਚੇ ਵਾਰਤਾਲਾਪ ਦੌਰਾਨ ਸਚਿੰਦਰ ਨਾਥ ਨੂੰ ਕਿਤੋਂ ਵੀ ਸਰਾਭੇ ਦੇ ਚਿਹਰੇ ਜਾਂ ਗੱਲਬਾਤ 'ਚੋਂ ਮਾਯੂਸੀ ਦੀ ਰਤਾ ਭਰ ਵੀ ਝਲਕ ਨਹੀਂ ਪਈ। ਇਸ ਦੇ ਉਲਟ, ਜਿਵੇਂ ਕਿ ਪਿਛਲੇ ਕਾਂਡ ਵਿੱਚ ਦਰਸਾਇਆ ਗਿਆ ਹੈ, ਸਨਿਆਲ ਕਰਤਾਰ ਸਿੰਘ ਦੇ ਆਤਮ ਵਿਸ਼ਵਾਸ ਤੋਂ ਬੇਹੱਦ ਪ੍ਰਭਾਵਿਤ ਹੋਇਆ ਸੀ। ਸਰਾਭੇ ਦੇ ਬੁਲੰਦ ਹੌਸਲੇ, ਪ੍ਰਚੰਡ ਜੋਸ਼ ਅਤੇ ਮੰਗਦੇ ਉਤਸ਼ਾਹ ਨੂੰ ਵੇਖ ਕੇ ਉਹ ਇਹ ਕਲਪਨਾ ਵੀ ਨਹੀਂ ਕਰ ਸਕਦਾ ਸੀ ਕਿ ਅਜੇ 2-3 ਦਿਨ ਪਹਿਲਾਂ ਹੀ ਗਦਰ ਪਾਰਟੀ ਨਾਲ ਭਾਰੀ ਮੰਦਹੋਣੀ ਵਾਪਰੀ ਸੀ। ਇਸ ਤੋਂ ਕਰਤਾਰ ਸਿੰਘ ਸਰਾਭਾ ਦੀ ਲਸਾਨੀ ਸ਼ਖਸੀਅਤ ਪੂਰੀ ਤਰ੍ਹਾਂ ਉਘੜ ਆਉਂਦੀ ਹੈ। ਨਵੀਂ ਸ਼ੁਰੂਆਤ। ਗਦਰੀ ਆਗੂਆਂ ਨੇ ਸਮੁੱਚੇ ਘਟਨਾਕ੍ਰਮ ਦਾ ਲੇਖਾ ਜੋਖਾ ਕਰਨ ਤੋਂ ਬਾਅਦ 2 ਕਾਰਜਾਂ ਨੂੰ ਵਿਸ਼ੇਸ਼ ਤਰਜੀਹ ਦੇਣ ਦਾ ਫੈਸਲਾ ਕੀਤਾ। ਸਭ ਤੋਂ ਪਹਿਲਾਂ ਹਥਿਆਰਾਂ ਦੀ ਘਾਟ ਪੂਰੀ ਕਰਨ ਲਈ ਹੋਰ ਵੱਧ ਕਾਰਗਰ ਕਦਮ ਉਠਾਉਣ ਬਾਰੇ ਸੋਚਿਆ ਗਿਆ। ਸਟੇਸ਼ਨਾਂ ਅਤੇ ਪੁਲਾਂ 'ਤੇ ਤੈਨਾਤ ਗਾਰਦਾਂ ਕੋਲੋਂ ਰਾਈਫਲਾਂ ਖੋਹਣ ਲਈ ਬੰਬਾਂ ਦੀ ਲੋੜ ਮਹਿਸੂਸ ਕੀਤੀ ਗਈ। ਇਸ ਵਾਸਤੇ ਇੱਕ ਪਾਸੇ ਬੰਗਾਲੀਆਂ ਨਾਲ ਮੇਲ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਤੇਜ਼ੀ ਲਿਆਉਣ ਅਤੇ ਦੂਜੇ ਪਾਸੇ ਆਪਣੇ ਹੀ ਸੋਮਿਆਂ ਨਾਲ ਦੇਸੀ ਬੰਬ ਤਿਆਰ ਕਰਨ ਬਾਰੇ ਫੈਸਲੇ ਕੀਤੇ ਗਏ। ਇਸ ਅਨੁਸਾਰ ਡਾਕਟਰ ਮਥੁਰਾ ਸਿੰਘ, ਜਿਹਨੂੰ ਬੰਬ ਬਣਾਉਣ ਦੀ ਯੋਗਤ ਆਉਂਦੀ ਸੀ, ਨੂੰ ਬੰਬ ਬਣਾਉਣ ਦਾ ਉਚੇਚਾ ਕਾਰਜ ਸੌਂਪਿਆ ਗਿਆ। ਉਸ ਦੀ ਸਹਾਇਤਾ ਕਰਨ ਲਈ ਭਾਈ ਪਰਮਾਨੰਦ ਝਾਂਸੀ, ਪੰਡਿਤ ਰਾਮ ਰੱਖਾ ਅਤੇ ਮੰਡੀ ਰਿਆਸਤ ਦੇ ਹਿਰਦੇ ਰਾਮ ਨੂੰ ਚੁਣਿਆ ਗਿਆ। ਇਹਨਾਂ 3 ਗੈਰ ਸਿੱਖਾਂ ਦੀ ਚੋਣ ਕਰਨ ਦਾ ਕਾਰਨ ਸ਼ਾਇਦ ਇਹ ਸੀ ਕਿ ਉਸ ਵੇਲੇ ਬੰਬ ਬਣਾਉਣ ਲਈ ਲੋੜੀਂਦੇ ਰਸਾਇਣ ਖਰੀਦਣ ਲਈ ਗੈਰ ਸਿੱਖ ਵੱਧ ਢੁਕਵੇਂ ਸਨ, ਕਿਉਂਕਿ ਗੈਰ ਸਿੱਖਾਂ ਦੀ ਤੁਲਨਾ ਵਿੱਚ ਸਿੱਖਾਂ ਉੱਤੇ ਸ਼ੱਕ ਹੋਣ ਦੀਆਂ ਸੰਭਾਵਨਾਵਾਂ ਜ਼ਿਆਦਾ ਸਨ। ਪਹਿਲਾਂ ਕਰਤਾਰ ਸਿੰਘ ਸਰਾਭਾ ਦੇ ਜਾਣੂ ਵਿਦਿਆਰਥੀਆਂ ਦੀ ਮਦਦ ਨਾਲ ਲੁਧਿਆਣੇ ਦੇ ਨੇੜੇ ਝਾਬੇਵਾਲ ਪਿੰਡ ਵਿੱਚ ਦਲੀਪ ਸਿੰਘ ਦੇ ਘਰ ਬੰਬ ਬਣਾਉਣ ਦਾ ਅੱਡਾ ਕਾਇਮ ਕੀਤਾ ਗਿਆ ਸੀ। ਪਰ ਕੁਝ ਸਮੇਂ ਬਾਅਦ ਜਦੋਂ ਇਹ ਪਤਾ ਲੱਗਾ ਕਿ ਪਿੰਡ ਵਿੱਚ ਇਸ ਦੀ ਖਬਰ ਫੈਲ ਗਈ ਸੀ, ਤਾਂ ਜਨਵਰੀ ਦੇ ਅੰਤ ਵਿੱਚ ਇਹ ਅੱਡਾ ਨਾਭਾ ਰਿਆਸਤ ਦੇ ਪਿੰਡ ਲੋਹਟਵੱਦੀ ਵਿਖੇ ਤਬਦੀਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਬੰਗਾਲੀਆਂ ਨਾਲ ਮੇਲ ਹੋ ਜਾਣ ਦੀ ਸੂਰਤ ਵਿੱਚ ਉਹਨਾਂ ਕੋਲੋਂ ਬੰਬ ਹਾਸਿਲ ਕਰਨ ਦੇ ਉਪਾਅ ਕੀਤੇ ਗਏ। ਇਸ ਤੋਂ ਇਲਾਵਾ ਗਦਰ ਪਾਰਟੀ ਨਾਲ ਹੋਰ ਵੱਧ ਲੋਕਾਂ ਨੂੰ ਜੋੜਨ ਅਤੇ ਗਦਰ ਪਾਰਟੀ ਦੀ ਹਮਾਇਤ ਲਈ ਤਤਪਰ ਜਥੇਬੰਦ
ਸੰਸਥਾਵਾਂ ਨਾਲ ਸੰਬੰਧ ਹੋਰ ਪੱਕੇ ਕਰਨ ਦੇ ਵੀ ਮਤੇ ਪਕਾਏ ਗਏ। ਇਸ ਪ੍ਰਥਾਏ ਭਾਈ ਰਣਧੀਰ ਸਿੰਘ ਨਰੰਗਵਾਲ ਦੇ ਜਥੇ ਨਾਲ ਬਕਾਇਦਾ ਮੇਲ ਜੋਲ ਰੱਖਣ ਬਾਰੇ ਵਿਚਾਰਾਂ ਹੋਈਆਂ, ਕਿਉਂਕਿ ਫੇਰੂ ਸ਼ਹਿਰ ਦੇ ਕਾਂਡ ਵਿੱਚ ਪਾਰਟੀ ਦੇ ਬਹੁਤ ਸਾਰੇ ਅਹਿਮ ਬੰਦੇ ਨੁਕਸਾਨੇ ਜਾਣ ਤੋਂ ਬਾਅਦ ਫਿਰੋਜ਼ਪੁਰ ਦੀ ਛਾਉਣੀ 'ਤੇ ਦੁਬਾਰਾ ਪੱਕੇ ਪੈਰੀਂ ਹਮਲਾ ਕਰਨ ਲਈ ਮਰ ਮਿਟਣ ਦੀ ਭਾਵਨਾ ਰੱਖਣ ਵਾਲੇ ਜ਼ਿਆਦਾ ਬੰਦਿਆਂ ਦੀ ਲੋੜ ਮਹਿਸੂਸ ਹੋਣ ਲੱਗ ਪਈ ਸੀ, ਜਿਸ ਦੇ ਲਈ ਭਾਈ ਰਣਧੀਰ ਸਿੰਘ ਜੀ ਦਾ ਸਹਿਯੋਗ ਜ਼ਰੂਰੀ ਹੋ ਗਿਆ ਸੀ। ਭਾਈ ਨਿਧਾਨ ਸਿੰਘ ਚੁੱਗਾ, ਭਾਈ ਗਾਦਾ ਸਿੰਘ ਅਤੇ ਉੱਤਮ ਸਿੰਘ ਹਾਂਸ ਤਾਂ ਪਹਿਲਾਂ ਹੀ ਭਾਈ ਸਾਹਿਬ ਨੂੰ ਅਕਸਰ ਮਿਲਦੇ ਰਹਿੰਦੇ ਸਨ। ਹੁਣ ਭਾਈ ਕਰਤਾਰ ਸਿੰਘ ਸਰਾਭੇ ਨੇ ਵੀ ਜਥੇ ਨਾਲ ਨੇਮ ਪੂਰਵਕ ਰਾਬਤਾ ਬਣਾ ਲਿਆ ਸੀ। ਬੰਗਾਲੀਆਂ ਨਾਲ ਦੁਬਾਰਾ ਮੇਲ ਜੋਲ। ਪਿਛਲੇ ਕਾਂਡ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਸਚਿੰਦਰ ਨਾਥ ਸਨਿਆਲ ਅਤੇ ਰਾਸ ਬਿਹਾਰੀ ਬੋਸ ਨੇ ਗਦਰ ਪਾਰਟੀ ਨਾਲ ਦੁਬਾਰਾ ਸੰਪਰਕ ਬਣਾਉਣ ਲਈ ਦਸੰਬਰ 1914 ਵਿੱਚ ਵਿਸ਼ਨੂੰ ਗਣੇਸ਼ ਪਿੰਗਲੇ ਨੂੰ ਬਨਾਰਸ ਤੋਂ ਪੰਜਾਬ ਭੇਜਿਆ ਸੀ। ਪਿੰਗਲੇ ਦਸੰਬਰ ਦੇ ਤੀਜੇ ਹਫ਼ਤੇ ਦੇ ਅਖੀਰ ਜਿਹੇ ਵਿੱਚ ਪੰਜਾਬ ਆਇਆ ਸੀ। ਸਨਿਆਲ ਨੇ ਉਸ ਨੂੰ ਕਪੂਰਥਲੇ ਰਾਮ ਸਰਨ ਦਾਸ ਦੇ ਅੱਡੇ ਦਾ ਪਤਾ ਦੇ ਦਿੱਤਾ ਸੀ। ਪਿੰਗਲੇ ਬਨਾਰਸ ਤੋਂ ਸਿੱਧਾ ਕਪੂਰਥਲੇ ਗਿਆ ਅਤੇ ਉੱਥੇ ਉਸ ਨੇ ਰਾਮ ਸਰਨ ਦਾਸ ਰਾਹੀਂ ਕਰਤਾਰ ਸਿੰਘ ਸਰਾਭਾ, ਨਿਧਾਨ ਸਿੰਘ ਚੁੱਗਾ ਅਤੇ ਪਰਮਾਨੰਦ ਝਾਂਸੀ ਨਾਲ ਲੰਮੀਆਂ ਵਿਚਾਰਾਂ ਕੀਤੀਆਂ। ਉਸ ਨੇ ਉਹਨਾਂ ਨੂੰ ਬੰਗਾਲ ਦਾ ਹਾਲ ਚਾਲ ਦੱਸਿਆ ਅਤੇ ਉਹਨਾਂ ਕੋਲੋਂ ਪੰਜਾਬ ਦੇ ਹਾਲਾਤਾਂ ਬਾਰੇ ਜਾਣਿਆ। ਪੰਜਾਬ ਦੇ ਗਦਰੀਆਂ ਨੇ ਪਿੰਗਲੇ ਕੋਲ ਇੱਕ ਤਾਂ ਬੰਗਾਲ ਤੋਂ ਬੰਬ ਆਦਿ ਲਿਆਉਣ ਦੀ ਤੱਦੀ ਪ੍ਰਗਟਾਈ ਅਤੇ ਦੂਜਾ ਰਾਸ ਬਿਹਾਰੀ ਬੋਸ ਨੂੰ ਪੰਜਾਬ ਲਿਆਉਣ 'ਤੇ ਜ਼ੋਰ ਦਿੱਤਾ। ਪੰਜਾਬ ਦੇ ਗਦਰੀਆਂ ਨਾਲ ਇੱਕ ਹਫ਼ਤਾ ਗੁਜ਼ਾਰਨ ਅਤੇ ਸਮੁੱਚੀ ਹਾਲਤ ਦਾ ਭਰਵਾਂ ਜਾਇਜ਼ਾ ਲੈਣ ਤੋਂ ਬਾਅਦ ਪਿੰਗਲੇ ਬੰਗਾਲੀ ਆਗੂਆਂ ਨੂੰ ਪੰਜਾਬ ਦੀ ਖਬਰ ਦੇਣ ਲਈ ਕਾਂਸ਼ੀ ਚਲਾ ਗਿਆ। ਬੰਗਾਲੀ ਆਗੂਆਂ ਨੇ ਪੰਜਾਬ ਦੀ ਸਮੁੱਚੀ ਹਾਲਤ ਉੱਤੇ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਕਿ ਰਾਸ ਬਿਹਾਰੀ ਬੋਸ ਦੇ ਪੰਜਾਬ ਜਾਣ ਤੋਂ ਪਹਿਲਾਂ ਸਨਿਆਲ ਨੂੰ ਇੱਕ ਵਾਰ ਫਿਰ ਪੰਜਾਬ ਜਾਣਾ ਚਾਹੀਦਾ ਹੈ, ਤਾਂ ਜੋ ਬੋਸ ਦੇ ਉੱਥੇ ਰਹਿਣ ਅਤੇ ਕੰਮ ਕਰਨ ਲਈ ਮੁਨਾਸਿਬ ਜਥੇਬੰਦਕ ਇੰਤਜ਼ਾਮ ਕੀਤੇ ਜਾਣ। ਇਸ ਫੈਸਲੇ ਅਨੁਸਾਰ ਸਨਿਆਲ ਅਤੇ ਪਿੰਗਲੇ ਇਕੱਠੇ ਪੰਜਾਬ ਨੂੰ ਚੱਲ ਪਏ। ਸਨਿਆਲ ਨੇ ਆਪਣੀ ਇਸ ਦੂਜੀ ਪੰਜਾਬ ਯਾਤਰਾ ਦਾ ਵਰਣਨ ਇਸ ਤਰ੍ਹਾਂ ਕੀਤਾ ਹੈ। ਦਸੰਬਰ ਮਹੀਨੇ ਦੀ ਇੱਕ ਸਵੇਰ ਨੂੰ ਕਾਫੀ ਠੰਡ ਪੈ ਰਹੀ ਸੀ ਜਦ ਮੈਂ ਸਧਾਰਨ ਹਿੰਦੁਸਤਾਨੀ ਦੇ ਪਹਿਰਾਵੇ ਵਿੱਚ ਪਿੰਗਲੇ ਨਾਲ ਅੰਮ੍ਰਿਤਸਰ ਪਹੁੰਚਿਆ। ਮੈਂ ਤਾਂ ਪੰਜਾਬੀ ਬੋਲ ਨਹੀਂ ਸਕਦਾ ਸੀ, ਪਰ ਪਿੰਗਲੇ ਨੂੰ ਇਹਦਾ ਕਾਫੀ ਅਭਿਆਸ ਸੀ। ਅਸੀਂ ਇੱਕ ਗੁਰਦੁਆਰੇ ਵਿੱਚ ਜਾ ਕੇ ਠਹਿਰੇ। ਇੱਥੇ ਪਿੰਗਲੇ ਨੇ ਇੱਕ ਪੰਜਾਬੀ ਮੁਖੀ ਨਾਲ ਮੇਰੀ ਜਾਣ ਪਛਾਣ ਕਰਵਾਈ। ਉਹਦਾ ਨਾਮ ਮੂਲਾ ਸਿੰਘ ਸੀ। ਇਸ ਸਮੇਂ ਮੈਂ ਬਹੁਤ ਸਾਰੇ ਪੇਂਡੂ ਸਿੱਖਾਂ ਨੂੰ ਇੱਥੇ ਆਉਂਦੇ ਜਾਂਦੇ ਦੇਖਿਆ ਸੀ। ਇਹ ਜ਼ਿਆਦਾਤਰ ਕਿਸਾਨ ਜਾਂ ਮਜ਼ਦੂਰ ਸਨ, ਪਰ ਇਹ ਵੀ ਦੇਸ਼ ਸੇਵਾ ਲਈ ਉਤਾਵਲੇ ਹੋ ਰਹੇ ਸਨ। ਸਿੱਖ ਸੰਪਰਦਾਇ ਦੀ ਅਜਿਹੀ ਹੀ ਸਿੱਖਿਆ ਦਿਖਿਆ ਹੈ। ਪਿੰਗਲੇ ਦੇ ਮੁਕਤਸਰ ਦੇ ਮੇਲੇ ਤੋਂ ਮੁੜਨ ਤੱਕ ਸਨਿਆਲ ਸੰਤ ਗੁਲਾਬ ਸਿੰਘ ਦੀ ਧਰਮਸ਼ਾਲਾ ਵਿੱਚ ਹੀ ਟਿਕਿਆ ਰਿਹਾ, ਜਿੱਥੇ ਉਸ ਨੂੰ ਬਹੁਤ ਸਾਰੇ ਗਦਰੀ ਆ ਕੇ ਮਿਲਦੇ ਰਹੇ। ਇਹਨਾਂ ਗਦਰੀਆਂ ਨਾਲ ਹੋਈ ਵਿਚਾਰ ਚਰਚਾ ਤੋਂ ਉਸ ਨੂੰ ਪੰਜਾਬ ਦੇ ਇਨਕਲਾਬੀਆਂ ਦੇ ਸੁਭਾਅ, ਕੰਮ ਕਰਨ ਦੇ ਤਰੀਕਿਆਂ ਅਤੇ ਜਥੇਬੰਦੀ ਬਾਰੇ ਕਾਫੀ ਕੁਝ ਪਤਾ ਚੱਲ ਗਿਆ। ਪਿੰਗਲੇ ਜਦੋਂ ਮੁਕਤਸਰ ਤੋਂ ਮੁੜ ਕੇ ਆਇਆ ਤਾਂ ਉਦੋਂ ਤੱਕ ਕਰਤਾਰ ਸਿੰਘ ਸਰਾਭਾ ਸਮੇਤ ਹੋਰ ਬਹੁਤ ਸਾਰੇ ਅਹਿਮ ਗਦਰੀ ਵੀ ਉੱਥੇ ਇਕੱਠੇ ਹੋ ਗਏ ਸਨ। ਸਨਿਆਲ ਨੇ ਲਿਖਿਆ ਹੈ ਕਿ ਉਸ ਨੂੰ ਦੇਖ ਕੇ ਸਰਾਭਾ ਇੱਕਦਮ ਖਿੜ ਗਿਆ ਅਤੇ ਮਿਲਦਿਆਂ ਹੀ ਉਸ ਦਾ ਪਹਿਲਾ ਸਵਾਲ ਇਹ ਸੀ, ਦੱਸੋ ਰਾਸ ਬਿਹਾਰੀ ਕਦੋਂ ਆਉਣਗੇ? ਸਨਿਆਲ ਨੇ ਉਸੇ ਫੁਰਤੀ ਨਾਲ ਉੱਤਰ ਦਿੱਤਾ, ਬਸ ਹੁਣ ਉਹਨਾਂ ਦਾ ਹੀ ਨੰਬਰ ਹੈ। ਇੱਥੇ ਰੁਕਣ ਦਾ ਕੁਝ ਇੰਤਜ਼ਾਮ ਹੋ ਜਾਏ ਅਤੇ ਤੁਹਾਡਾ ਕੰਮ ਵੀ ਕੁਝ ਲੀਹਾਂ 'ਤੇ ਆ ਜਾਏ, ਬਸ ਇਹਨਾਂ ਦੇ ਆਉਣ ਵਿੱਚ ਦੇਰ ਨਹੀਂ। ਸਚਿੰਦਰ ਨਾਥ ਸਨਿਆਲ ਨੂੰ ਪੰਜਾਬ ਦੇ ਗਦਰੀ ਇਨਕਲਾਬੀਆਂ ਨਾਲ ਹੋਈਆਂ ਗੱਲਾਂ ਤੋਂ ਉਹਨਾਂ ਦੀਆਂ ਕੁਝ ਜਥੇਬੰਦਕ ਕਮਜ਼ੋਰੀਆਂ ਦਾ ਅਹਿਸਾਸ ਹੋ ਗਿਆ ਸੀ। ਉਸ ਨੂੰ ਪਤਾ ਲੱਗਾ ਕਿ ਇਹ ਗਦਰੀ ਇਸ ਤਰ੍ਹਾਂ ਹੀ ਜਨਤਕ ਥਾਵਾਂ, ਗੁਰਦੁਆਰੇ, ਸਰਾਵਾਂ, ਰੇਲਵੇ ਸਟੇਸ਼ਨਾਂ, ਅੱਡਿਆਂ ਅਤੇ ਨਹਿਰਾਂ, ਸੂਇਆਂ ਦੇ ਪੁਲਾਂ ਆਦਿ 'ਤੇ ਆਪਸ ਵਿੱਚ ਇਕੱਠੇ ਹੋ ਜਾਂਦੇ ਸਨ ਅਤੇ ਜ਼ਰੂਰੀ ਗੱਲਾਂ ਕਰਨ ਤੋਂ ਬਾਅਦ ਫਿਰ ਇੱਧਰ ਉੱਧਰ ਖਿੰਡ ਪੁੰਡ ਜਾਂਦੇ ਸਨ। ਉਹਨਾਂ ਦਾ ਆਪਸ ਵਿੱਚ ਮਿਲਣ ਜਾਂ ਇੱਕ ਦੂਸਰੇ ਨਾਲ ਸੰਪਰਕ ਕਰਨ ਲਈ ਨਿਸ਼ਚਿਤ ਕੀਤਾ ਪੱਕਾ ਟਿਕਾਣਾ ਕੋਈ ਨਹੀਂ ਸੀ। ਸਨਿਆਲ ਨੇ ਆਪਣੇ ਬੰਗਾਲ ਦੇ ਤਜਰਬੇ ਦੇ ਆਧਾਰ 'ਤੇ ਪੰਜਾਬ ਦੇ ਗਦਰੀਆਂ ਨੂੰ ਕੁਝ ਜ਼ਰੂਰੀ ਜਥੇਬੰਦਕ ਇੰਤਜ਼ਾਮ ਕਰਨ ਲਈ ਕਿਹਾ
ਬੰਗਾਲੀਆਂ ਨੇ ਜਥੇਬੰਦੀ ਦੇ ਪ੍ਰਮੁੱਖ ਆਗੂਆਂ ਦੇ ਰਹਿਣ ਲਈ ਵੱਡੇ ਸ਼ਹਿਰਾਂ ਅੰਦਰ ਕੁਝ ਮਕਾਨ ਕਿਰਾਏ 'ਤੇ ਲੈ ਕੇ ਰੱਖੇ ਸਨ, ਜਿਨ੍ਹਾਂ ਦਾ ਬਹੁਤ ਹੀ ਥੋੜ੍ਹੇ ਵਿਅਕਤੀਆਂ ਨੂੰ ਪਤਾ ਹੁੰਦਾ ਸੀ। ਇਸੇ ਤਰ੍ਹਾਂ ਹੀ ਕੁਝ ਮਕਾਨ ਇੱਕ ਦੂਜੇ ਨੂੰ ਮਿਲਣ ਅਤੇ ਸੁਨੇਹੇ ਪੱਤਰ ਦੇਣ ਲਈ ਰੱਖੇ ਹੁੰਦੇ ਸਨ। ਇਸ ਰੌਸ਼ਨੀ ਵਿੱਚ ਸਨਿਆਲ ਨੇ ਕਰਤਾਰ ਸਿੰਘ ਸਰਾਭਾ ਨੂੰ ਉਹਨਾਂ ਦੀਆਂ ਜਥੇਬੰਦਕ ਕਮਜ਼ੋਰੀਆਂ ਤੋਂ ਜਾਣੂ ਕਰਵਾ ਦਿੱਤਾ ਅਤੇ ਕਿਹਾ ਕਿ ਰਾਸ ਬਿਹਾਰੀ ਦੇ ਰਹਿਣ ਲਈ ਅੰਮ੍ਰਿਤਸਰ ਅਤੇ ਲਾਹੌਰ ਵਿੱਚ ਕੁਝ ਮਕਾਨ ਕਿਰਾਏ 'ਤੇ ਲਏ ਜਾਣ। ਇਹ ਕੰਮ ਹੁੰਦਿਆਂ ਹੀ ਰਾਸ ਬਿਹਾਰੀ ਪੰਜਾਬ ਆ ਜਾਣਗੇ। ਸਾਰਿਆਂ ਨੇ ਬੰਗਾਲੀ ਆਗੂ ਦੀ ਇਸ ਤਜਵੀਜ਼ ਨੂੰ ਝੱਟ ਪ੍ਰਵਾਨ ਕਰ ਲਿਆ ਅਤੇ ਇਸ ਉੱਤੇ ਉਸੇ ਵੇਲੇ ਅਮਲ ਕਰਨਾ ਸ਼ੁਰੂ ਕਰ ਦਿੱਤਾ। ਸਨਿਆਲ ਦੇ ਉੱਥੇ ਹੁੰਦਿਆਂ ਹੀ ਅੰਮ੍ਰਿਤਸਰ ਵਿੱਚ ਇੱਕ ਢੁਕਵਾਂ ਮਕਾਨ ਕਿਰਾਏ 'ਤੇ ਲੈ ਲਿਆ ਸੀ ਅਤੇ ਲਾਹੌਰ ਵਿੱਚ ਵੀ 2-3 ਮਕਾਨਾਂ ਦੀ ਤਲਾਸ਼ ਆਰੰਭ ਕਰ ਦਿੱਤੀ ਗਈ ਸੀ। ਦੋਵਾਂ ਧਿਰਾਂ ਨੂੰ ਦਵੱਲੇ ਫਾਇਦੇ। ਇਸ ਤਰ੍ਹਾਂ ਪੰਜਾਬ ਦੇ ਗਦਰੀਆਂ ਨੇ ਬੰਗਾਲੀਆਂ ਕੋਲੋਂ ਜਥੇਬੰਦਕ ਸਿੱਖਿਆ ਦੀਖਿਆ ਲਈ ਅਤੇ ਆਪਣੀਆਂ ਕਮਜ਼ੋਰੀਆਂ ਦੂਰ ਕੀਤੀਆਂ। ਇਵੇਂ ਹੀ ਬੰਗਾਲੀਆਂ ਨੇ ਵੀ ਪੰਜਾਬ ਦੇ ਇਨਕਲਾਬੀਆਂ ਕੋਲੋਂ ਰਾਜਸੀ ਪ੍ਰਚਾਰ ਅਤੇ ਕਾਰ ਵਿਹਾਰ ਬਾਰੇ ਕੁਝ ਨਵੇਂ ਗੁਰ ਹਾਸਿਲ ਕੀਤੇ। ਪੰਜਾਬ ਦੇ ਗਦਰੀਆਂ ਦੀਆਂ ਇਨਕਲਾਬੀ ਸਰਗਰਮੀਆਂ ਦੇ 2 ਪਹਿਲੂਆਂ ਨੇ ਸਨਿਆਲ ਨੂੰ ਬਹੁਤ ਪ੍ਰਭਾਵਿਤ ਕੀਤਾ ਸੀ। ਬੰਗਾਲ ਅੰਦਰ ਉਹਨਾਂ ਦੀ ਜਥੇਬੰਦੀ ਨਿਰੋਲ, ਪੜ੍ਹੇ ਲਿਖੇ ਸ਼ਹਿਰੀ ਮੱਧ ਵਰਗੀ ਨੌਜਵਾਨਾਂ ਤੱਕ ਸੀਮਿਤ ਸੀ। ਉਹਨਾਂ ਦਾ ਪੇਂਡੂ ਜਨਤਾ ਨਾਲ ਉੱਕਾ ਹੀ ਕੋਈ ਸੰਬੰਧ ਨਹੀਂ ਸੀ। ਇਸ ਤਰ੍ਹਾਂ ਸਨਿਆਲ ਦਾ ਜਦ ਪੰਜਾਬ ਅੰਦਰ ਆ ਕੇ ਗਦਰੀਆਂ ਨਾਲ ਤਾਲਮੇਲ ਹੋਇਆ ਤਾਂ ਉਹ ਇਹ ਵੇਖ ਕੇ ਦੰਗ ਰਹਿ ਗਿਆ ਸੀ ਕਿ ਉਹਨਾਂ ਵਿੱਚੋਂ ਵੱਡੀ ਗਿਣਤੀ ਅਨਪੜ੍ਹ ਪੇਂਡੂ ਕਿਸਾਨਾਂ ਅਤੇ ਕਿਰਤੀਆਂ ਦੀ ਸੀ। ਪੜ੍ਹੇ ਲਿਖੇ ਮੱਧ ਵਰਗੀ ਨੌਜਵਾਨ ਨਾਮਾਤਰ ਸਨ। ਬੰਗਾਲੀਆਂ ਦਾ ਅਨਪੜ੍ਹ ਜਨਤਾ ਬਾਰੇ ਨਜ਼ਰੀਆ ਬੇਹੱਦ ਸਨਕੀ ਸੀ। ਉਹਨਾਂ ਦੀ ਭਾਰਤ ਨੂੰ ਆਜ਼ਾਦ ਕਰਾਉਣ ਦੀ ਰਾਜਸੀ ਪਲੈਨ ਅੰਦਰ ਪਿੰਡਾਂ ਦੀ ਅਨਪੜ੍ਹ ਜਨਤਾ ਦੀ ਭੂਮਿਕਾ ਨੂੰ ਪੂਰਨ ਤੌਰ 'ਤੇ ਨਕਾਰ ਦਿੱਤਾ ਗਿਆ ਸੀ। ਅਜਿਹਾ ਉਹਨਾਂ ਦੀ ਕਿਸੇ ਗਲਤੀ ਜਾਂ ਉਕਾਈ ਦੀ ਵਜ੍ਹਾ ਕਰਕੇ ਨਹੀਂ ਹੋਇਆ ਸੀ। ਇਹ ਉਹਨਾਂ ਦੇ ਵਿਚਾਰਧਾਰਕ ਨਜ਼ਰੀਏ ਦਾ ਤਰਕਪੂਰਨ ਸਿੱਟਾ ਸੀ। ਜਿਵੇਂ ਕਿ ਪਿੱਛੇ ਦੂਜੇ ਕਾਂਡ ਵਿੱਚ ਦੱਸਿਆ ਗਿਆ ਹੈ, ਬਰਤਾਨਵੀ ਰਾਜ ਦੀ ਸਥਾਪਨਾ ਤੋਂ ਬਾਅਦ ਬੰਗਾਲ ਅੰਦਰ ਪੱਛਮੀ ਵਿੱਦਿਆ ਹਾਸਿਲ ਕਰਨ ਵਾਲੇ ਉੱਚ ਜਾਤੀ ਹਿੰਦੂ ਵਰਗ ਭੱਦਰਲੋਕ ਦੀ ਪਹਿਲੀ ਪੀੜ੍ਹੀ ਨੇ ਬਸਤੀਵਾਦੀ ਰਾਜ ਦਾ ਰਾਜਸੀ ਵਿਰੋਧ ਕਰਨ ਤੋਂ ਚੇਤੰਨ ਰੂਪ ਵਿੱਚ ਟਾਲਾ ਵੱਟੀ ਰੱਖਿਆ ਸੀ। ਇਸ ਦੀ ਬਜਾਏ ਉਹਨਾਂ ਨੇ ਹਿੰਦੂ ਸਮਾਜ ਦੀ ਬਿਹਤਰੀ ਲਈ ਬਰਤਾਨਵੀ ਹਾਕਮਾਂ ਦੀ ਸਰਪ੍ਰਸਤੀ ਹੇਠ ਉੱਚ ਜਾਤੀ ਹਿੰਦੂ ਵਰਗ ਦੀ ਵਿੱਦਿਅਕ ਅਤੇ ਸੱਭਿਆਚਾਰਕ ਉੱਨਤੀ ਵੱਲੋਂ ਉਚੇਚਾ ਧਿਆਨ ਦੇਣ ਦਾ ਕਾਰਜ ਕੱਢਿਆ ਸੀ। ਬੰਗਾਲੀ ਭੱਦਰਲੋਕ ਦੀ ਦੂਜੀ ਪੀੜ੍ਹੀ ਨੇ ਜਦੋਂ ਭਾਰਤ ਅੰਦਰ ਹਿੰਦੂ ਸੱਤਾ ਸਥਾਪਿਤ ਕਰਨ ਦਾ ਸੁਪਨਾ ਲੈਣਾ ਸ਼ੁਰੂ ਕਰ ਦਿੱਤਾ ਸੀ ਤਾਂ ਉਦੋਂ ਵੀ ਇਸ ਵਿੱਚ ਆਮ ਜਨਤਾ, ਖਾਸ ਕਰਕੇ ਅਨਪੜ੍ਹ ਪੇਂਡੂ ਜਨਤਾ ਦੀ ਕੋਈ ਭੂਮਿਕਾ ਨਹੀਂ ਮਿਥੀ ਗਈ ਸੀ। ਉਹਨਾਂ ਦੀ ਇਹ ਨਿਸ਼ਚਿਤ ਧਾਰਨਾ ਸੀ ਕਿ ਜਿੰਨਾ ਚਿਰ ਪੜ੍ਹੇ ਲਿਖੇ ਉੱਚ ਜਾਤੀ ਹਿੰਦੂ ਵਰਗ ਦਾ ਇਖਲਾਕੀ ਅਤੇ ਵਿੱਦਿਅਕ ਮਿਆਰ ਉੱਚਾ ਨਹੀਂ ਹੋ ਜਾਂਦਾ, ਉਹਨਾਂ ਚਿਰ ਅਨਪੜ੍ਹ ਜਨਤਾ ਨੂੰ ਰਾਜਸੀ ਖੇਤਰ ਅੰਦਰ ਸਰਗਰਮੀ ਕਰਨਾ ਠੀਕ ਨਹੀਂ ਸੀ। ਇਸ ਨਾਲ ਉੱਚ ਜਾਤੀ ਵਰਗ ਦੀ ਸਰਬ ਪ੍ਰਧਾਨਤਾ ਨੂੰ ਖਤਰਾ ਖੜਾ ਹੋ ਸਕਦਾ ਸੀ। ਆਸ਼ੀਸ਼ ਨੰਦੀ ਅਨੁਸਾਰ ਸ਼ਰਤ ਚੰਦਰ ਚੱਟੋਪਾਧਿਆਏ ਦੇ ਨਾਵਲ ਪੈਥਰ ਡਾਬੀ ਦਾ ਨਾਇਕ ਸੱਭਿਆਸਾਚੀ ਰਾਜਸੀ ਸ਼ਮੂਲੀਅਤ ਬਾਰੇ ਇਸ ਸਮਝ ਦੀ ਸ਼ੁੱਧ ਤਰਜਮਾਨੀ ਕਰਦਾ ਸੀ। 20ਵੀਂ ਸਦੀ ਦੇ ਮੁੱਢਲੇ ਬੰਗਾਲੀ ਹਿੰਦੂ ਕ੍ਰਾਂਤੀਕਾਰੀ ਇਸ ਵਿਰਾਸਤ ਨੂੰ ਪੂਰਨ ਵਫ਼ਾਦਾਰੀ ਨਾਲ ਪ੍ਰਮਾਣੇ ਹੋਏ ਸਨ। ਸਨਿਆਲ ਨੇ ਆਪ ਮੰਨਿਆ ਹੈ ਕਿ ਇਹ ਅਸੀਂ ਬਹੁਤ ਪਹਿਲਾਂ ਤੋਂ ਸਮਝਦੇ ਸੀ ਕਿ ਅਨਪੜ੍ਹ ਜਨਤਾ ਨੂੰ ਕਿਸੇ ਕੰਮ ਲਈ ਭੜਕਾ ਦੇਣਾ ਕੋਈ ਔਖਾ ਕੰਮ ਨਹੀਂ, ਪਰ ਨਾਲ ਹੀ ਅਸੀਂ ਇਹ ਵੀ ਜਾਣਦੇ ਸੀ ਕਿ ਸਿਰਫ ਜਨਤਾ ਨੂੰ ਭੜਕਾ ਦੇਣ ਨਾਲ ਹੀ ਸਾਡਾ ਉਦੇਸ਼ ਪੂਰਾ ਨਹੀਂ ਹੋ ਸਕਦਾ। ਇਸ ਲਈ ਅਸੀਂ ਇਸ ਕੰਮ ਲਈ ਵਿਸ਼ੇਸ਼ ਰੂਪ ਵਿੱਚ ਧਿਆਨ ਨਹੀਂ ਦਿੱਤਾ। ਸਾਡਾ ਵਿਚਾਰ ਸੀ ਕਿ ਪਹਿਲਾਂ ਦੇਸ਼ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਸ਼ਾਮਿਲ ਕਰਕੇ ਇੱਕ ਵਿਸ਼ਾਲ ਦੇਸ਼ ਵਿਆਪੀ ਸੰਗਠਨ ਤਿਆਰ ਕਰ ਲਿਆ ਜਾਵੇ ਅਤੇ ਫਿਰ ਉਸ ਤੋਂ ਬਾਅਦ ਜੇਕਰ ਦੇਸ਼ ਦੇ ਫੌਜੀ ਜਵਾਨਾਂ ਨੂੰ ਆਪਣੇ ਉਦੇਸ਼ਾਂ ਦੀ ਸਿੱਖਿਆ ਦਿੱਤੀ ਜਾ ਸਕੇ ਤਾਂ ਹੀ ਕ੍ਰਾਂਤੀ ਦੀ ਨੀਂਹ ਪੱਕੀ ਹੋ ਸਕਦੀ ਹੈ। ਸਨਿਆਲ ਦੇ ਇਸ ਕਥਨ ਤੋਂ ਬੰਗਾਲੀ ਕ੍ਰਾਂਤੀਕਾਰੀਆਂ ਦਾ ਉੱਚ ਜਾਤੀ ਪੱਖਪਾਤੀ ਨਜ਼ਰੀਆ ਭਲੀ ਭਾਂਤ ਉਜਾਗਰ ਹੋ ਜਾਂਦਾ ਹੈ। ਉਪਰੋਕਤ ਵਿਚਾਰਧਾਰਕ ਤੱਥ ਤੋਂ ਇਲਾਵਾ ਬੰਗਾਲੀ ਕ੍ਰਾਂਤੀਕਾਰੀਆਂ ਨੇ
अंग्रेज राज के खात्मे लई जिहड़ा अनारकिस्ट तरीकाकार चुनिया सी उस विच आम जनता की राजसी शमूलीयत की कोई गुंजाइश नहीं सी। इस करके सनियाल जदों अणपढ़ पेंडू सिखां की राजसी सूझबूझ अते जोश खरोश वेख के प्रभावित अते उत्साहित भी होया तां भी उसका बंगाल की अणपढ़ जनता बारे नज़रिया ना पक्षी ही बनिया रहा सी। पेंडू जनता की शमूलीयत तो इलावा बंगाली पंजाबी गदरियां दे फौजां अंदर प्रचार तो होर भी ज़्यादा उत्साहित होए। उन्हां ने इस पासे वल उक्का ही ध्यान नहीं दिता सी। पंजाब नूं वेख के उन्हां अंदर भी फौजां अंदर काम करन दी रुचि अते उत्साह जाग उठिया सी अते उन्हां ने इस दिशा विच तुरंत यतन करने शुरू कर दिते सन। सरदार जगजीत सिंह ने बंगाल अते पंजाब दे इनकलाबियां दे एक दूजे ते पए हाँ पक्षी असरां दा लेखा जोखा करदिआं सिट्टा कढ़िया कि देसी फौजां नूं हथियारबंद बगावत दा धुरा बनाउण दी संभावना बंगाली देश भगतां वास्ते बिल्कुल एक नवां तजर्बा सी, क्योंकि बंगालियां दीआं फौजां विच गिनती ना होयां दे बराबर होण करके उन्हां नूं इस बन्ने कारगर कदम पुट्टण दा कदे पहला अवसर नहीं मिल सकिया। इन्ना ही नहीं, पंजाब तो मिले उत्साह ने मायूसी के आलम विच विचर रहे बंगाली क्रांतिकारियों के हौसले भी बुलंद कर दिते सन। बंगाल के इनकलाबियां अंदर आई मायूसी का पता इस गल तो चलता है कि संसार जंग छिड़ पैण उत्ते जदों सिखां ने अमरीका कनेडा अते धुर पूरब के टापुआं तो हज़ारां की गिनती विच देश नूं आज़ाद कराउण लई अपने वतन वल वहीरां घत दित्तियां सन तां बहुत सारे बंगाली क्रांतिकारियों ने अपने वतन नूं छड्ड के यूरोप के मुल्कां नूं चाले पा दिते सन। सरदार जगजीत सिंह ने सचिंदर नाथ सनियाल दे स्वै कथन के आधार पर यह ठीक निर्णय कढ़िया है कि गदरी इनकलाबियां दी फौजां तक पहुँच करन दी हद नूं वेख के अते इस दी रोशनी विच फौजां दी मदद नाल इनकलाबी यतनां दी सफलता की संभावना ने ना केवल बंगाली इनकलाबियां नूं फौजां विच कोशिश करन दे एक नवें काम की प्रेरणा दिती, बल्कि बंगाल दे त्रासवादी छोटे छोटे दलों नूं एक लड़ी विच परोण दी प्रेरणा भी इसे तो मिली। इस दी पुष्टि सनियाल दे इस कथन तो हुंदी है। बंगाल दे वक्खो वक्खरे दलों का एक होना उदों ही संभव होया जिस दिन पंजाब विच गदर होण दीआं तैयारियां दी खबर नाल किसे नवें काम करन दी प्रेरणा ने सारिआं नूं उतावला कर दिता सी। इस तरह जगजीत सिंह अनुसार भावें बंगाली देश भगतां ने हिंद विच गदर पार्टी लहर नूं अपने तरीकाकारां दी माड़ी जही रंगत दिती, पर वो भी समुचे तौर ते एक नवां नज़रिया ग्रहण करके लहर विच शामिल होए। धार्मिक पक्ष सचिंदर नाथ सनियाल ने सिख गदरियां की धार्मिक लगन नेचा अते रहत बहत की खुल के तारीफ की है। पंजाब अंदर एक हफ्ते के निवास दौरान उसने सिखां बारे जो चंगे प्रभाव ग्रहण किए उन्हां दा वर्णन उसने इस तरह किया है। मैं इस वार हफ्ता भर इन्हां लोकां नाल रहा, इसलिए इन्हां दे बहुत सारे आचार अते विहार नूं मैं नेड़ियों देखिया। ਇਹ लोग कड़ाके की ठंड विच भी तड़के नहा धो के गुरु ग्रंथ साहिब का पाठ आदि करिया करते सन। इन्हां दा आपस विच विहार बहुत ही वधिया सी। एक दूजे नूं बुलाउंदिआं जां गलबात करदिआं ਇਹ संतो सज्जन बादशाहो आदि सन्मानजनक शब्दों तो इलावा होर कोई शब्द नहीं वरतदे सन। इस वारी भाई निधान सिंह नाल मेरी मुलाकात हुई। ਇਹ 50 साल के बजुर्ग सिख सन। ਇਹ कोई 30-35 सालों तो देश तो बाहर सन अते चीन विच रहिंदिआं होइआं इन्हां ने एक चीनी इस्त्री नाल विआह करवा लिया सी। मैं इन्हां नूं अक्सर धर्म चर्चा अते धर्म ग्रंथां दा पाठ करदिआं ही देखिया सी। एक बार स्टेशन ते जाके देखिया कि उत्थे प्लेटफॉर्म ते बैठ के छोटी जही धार्मिक पुस्तक नूं मन ही मन पढ़ रहे सन। ਇਹ सिर्फ दिखावे लई ही अजिहा नहीं करते सन,
क्योंकि मैं अंडेमान विच भी इन्हां दी यही दशा देखी सी। मैं इन्हां वर्गा तेज नौजवानां विच भी नहीं देखिया। सिखां दा इस किस्म दा धार्मिक किरदार अते विहार देख के उस नूं बंगाल दी जनता अते पढ़े लिखे वर्ग अंदर इस भाव की कमी बेहद रड़की। इस पक्ष नूं लैके उस दे मन अंदर बंगाल दे लोकां प्रति गिला पैदा होया। असल विच उसदा अते उसदे साथी इनकलाबियां दा अपने धर्म नाल बहुत संवेगशील स्नेह सी। उस दी धारणा सी कि जेकर बंगाल दी बाकी हिंदू जनता भी हिंदू धर्म नूं उन्ना जिन्नी ही शिद्दत नाल प्यार करन लग पवे तां भारत नूं विदेशी गुलामी दे जूले तो मुक्त कराउण दा कारज बहुत सरल हो सकदा सी। जदों ਉਹ ਆਪਣੇ ਦਿਲ ਦੀ ਤਮੰਨਾ ਅਤੇ ਹਕੀਕਤ ਵਿੱਚ ਵੱਡਾ ਪਾੜਾ ਵੇਖਦੇ ਸਨ ਤਾਂ ਉਹਨਾਂ ਨੂੰ ਮਾਯੂਸੀ ਹੁੰਦੀ ਸੀ। ਇਸ ਵਿੱਚੋਂ ਉਹਨਾਂ ਨੂੰ ਬਾਜੇ ਵਕਤ ਬੰਗਾਲ ਦੀ ਅਨਪੜ੍ਹ ਜਨਤਾ ਜਾਹਿਲ ਲੱਗਣ ਲੱਗ ਪੈਂਦੀ ਸੀ। ਅਜਿਹਾ ਹੋਣਾ ਕੁਦਰਤੀ ਸੀ ਕਿਉਂਕਿ ਅਸਲ ਵਿੱਚ ਬੰਗਾਲ ਦੇ ਹਿੰਦੂ ਕ੍ਰਾਂਤੀਕਾਰੀਆਂ ਦੀ ਅਛੋਪਲੇ ਤੌਰ 'ਤੇ ਹੀ ਬਾਕੀ ਹਿੰਦੂ ਸਮਾਜ ਨਾਲੋਂ ਇੱਕ ਧਾਰਮਿਕ ਦੂਰੀ ਪੈਦਾ ਹੋ ਗਈ ਸੀ। हिंदू क्रांतिकारियों की धार्मिक निष्ठा बारे कोई शक नहीं सी, पर बंगाल की अनपढ़ हिंदू जनता के मुकाबले पश्चिम के विनाशकारी प्रभावों की बदौलत उन्हां दा धर्म बारे नज़रिया रवायती नहीं रहा सी। इस विच अहम बदलाव आ गया सी। धर्म बारे रवायती पहुँच नूं छड्ड के उन्हां ने इस नूं अपने समकाली राजसी हितां दे अनुकूल साधन अर्थात इस नूं जुझारू राष्ट्रवादी विचारधारा के प्रचार प्रसार का वसीला बनाउण दी अभियोगतावादी पहुँच अपना लई सी। उन्हां ने पश्चिमी नमूने के राष्ट्रवाद का हिंदूकरण करते हुए धार्मिक विश्वासां रवायतां अते प्रतीकां का राजसी सत्ता हथियाउण लई इस्तेमाल करन दी पहुँच धारण कर लई सी। उस समय अजे बंगाल की बाकी हिंदू जनता खास करके पेंडू अनपढ़ लोगों के धर्म बारे नज़रिए विच एक नकारात्मक तब्दीली नहीं आई सी, जिस करके हिंदू क्रांतिकारियों ने देश की आज़ादी की लड़ाई अंदर आम जनता की शमूलीयत कराउण दी बजाय अनारकिज़म का सहारा लै लिया सी। इस दी तुलना विच सिख गदरियां दा धर्म बारे नज़रिया रवायती सी। उन्हां लई धर्म मूल रूप विच व्यक्ति अते समाज का रूहानी कायाकल्प करन दा साधन सी। कौमीयत राज अते राजनीति बारे उन्हां दी धारणा हिंदू राष्ट्रवादियों नालों हट के रूहानी सी। इस करके ही उन्हां दा आपस विच विहार बहुत वधिया सी। उन्हां अंदर ना निजप्रस्ती सी, ना आपसी शरीका साड़ा सी, ना धड़ेबाजी सी, ना स्वार्थ अते ह्यूमे सी अते ना ही किसी भी किस्म का लोभ लालच, ना दौलत का, ना शौहरत का, ना रुतबे का, ना सत्ता का अते डर भी नहीं सी। यह तत्थ बहुत अहम है कि बाहरों आए जिहड़े सिख गदरी धर्म विच प्रपक्क सन उन्हां हज़ारां विचों पुलिस दे जबर अते मौत दे डर मूहरे कोई एक भी नहीं डोलिया सी। भाई रणधीर सिंह जी दे सारे जथे विचों केवल एक सिंह ने ही कमजोरी विखाई सी। ज़्यादातर वादा मुआफ गदरियां दे स्थानक भाईवालों विचों ही बने सन। कारण यह कि वह मुख तौर ते वेले दे राजसी प्रचार अते माहौल के असर हेठ ही गदरियां दे भाईवाल बने सन। उन्हां दा आत्मिक कायाकल्प नहीं होया सी। इस दे मुकाबले गदरियां दे समकाली बंगाली इनकलाबियां दी सफ़ा विच इन्हां रूहानी सिफतां दी कमी साफ नज़र आ जाती है। खुद उन्हां विचों ही कुछ ने अपनियां हड्ड बीतियां बयान करदियां होइयां बंगाल दे इनकलाबियां अंदर फैली निजप्रस्ती, स्वार्थ, ह्यूमे, मायक लालसा अते आपसी लाग डाट, धड़ेबाजी अते फुट का खुल के जिक्र किया है। इस तो बिना बहुत सारे गैर बंगाली इनकलाबियां अते समकाली राजसी हस्तियां ने बंगाली इनकलाबियां नाल अपने निजी अनुभवां के आधार पर उन्हां दीयां नैतिक कुरीतियां का जिक्र कुड़तन भरे लहजे विच कीता है। काकोरी कांड के प्रसिद्ध शहीद राम प्रसाद बिस्मल की स्वै जीवनी
ਸਰਫਰੋਸ਼ੀ ਕੀ ਤਮੰਨਾ ਅਤੇ ਲਾਲਾ ਲਾਜਪਤ ਰਾਏ ਅਤੇ ਕੁਝ ਹੋਰਨਾਂ ਦੀਆਂ ਲਿਖਤਾਂ ਇਸ ਮਾਮਲੇ ਉੱਤੇ ਭਰਪੂਰ ਰੌਸ਼ਨੀ ਪਾਉਂਦੀਆਂ ਹਨ। ਪਰ ਇਸ ਦਾ ਅਰਥ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਬੰਗਾਲੀ ਇਨਕਲਾਬੀਆਂ ਵਿੱਚੋਂ ਕੋਈ ਵੀ ਸੱਚਾ ਸੁੱਚਾ ਨਹੀਂ ਸੀ। ਉਹਨਾਂ ਵਿੱਚੋਂ ਅਜਿਹੇ ਬਹੁਤ ਸਨ ਜਿਨ੍ਹਾਂ ਦੇ ਨੈਤਿਕ ਕਿਰਦਾਰ ਬਾਰੇ ਕੋਈ ਉਂਗਲ ਨਹੀਂ ਉਠਾਈ ਜਾ ਸਕਦੀ। ਸਚਿੰਦਰ ਨਾਥ ਸਨਿਆਲ ਅਤੇ ਰਾਸ ਬਿਹਾਰੀ ਬੋਸ ਇਸ ਲਿਹਾਜ਼ ਨਾਲ ਸ਼ੁੱਧ ਇਨਕਲਾਬੀ ਸਨ। ਅੱਜ ਅਸੀਂ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਕਿਤਾਬ ਦੇ 253 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।